ਜਿੰਨੇ ਵੀ ਸਟੇਟਾਂ 'ਚ ਗਵਰਨਰ ਲੱਗਦੇ ਆ ਜੀ, ਇਹ ਜਿਹੜੇ PM ਹੁੰਦਾ ਜੀ ਉਹਦਾ ਰਾਈਟ ਹੈਂਡ ਜਿਹੜਾ ਕਿ ਬਿਲਕੁਲ ਉਹਦੇ ਵਫਾਦਾਰ ਹੋਵੇ ਉਹਨੂੰ ਗਵਰਨਰ ਲੱਗਦਾ। ਉਹ ਚੱਕਰ ਇਹ ਹੈ ਜੀ ਕਿ ਗਵਰਨਰ PM ਨੂੰ ਤੁਸੀਂ ਕਹਿ ਦਿਓ ਦੂਜੀ ਪਾਸ ਹੋਈ ਹੈ, 4 ਜਮਾਤਾਂ ਪਾਸ ਕੀਤੀਆਂ, ਉਹਦੀ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਉਹਦੀ ਬੇਇੱਜ਼ਤੀ ਕਰੋ ਤੇ ਤੁਸੀਂ ਹੋਪ ਕਰਦੇ ਹੋ ਕਿ ਤੁਹਾਨੂੰ PM ਏਦਾਂ ਛੱਡੇਗਾ? ਜਿਹੜੀ ਸੈਸ਼ਨ ਦਾ ਇੱਕ ਸਿਸਟਮ ਆ, ਸੈਸ਼ਨ ਸੱਦਣ ਦਾ, ਸੈਸ਼ਨ ਨੂੰ ਅਡਜਰਨ ਕਰਨ ਦਾ, ਸੈਸ਼ਨ ਨੂੰ ਪ੍ਰੋਰੋਗ ਕਰਨ ਦਾ, ਪੰਜਾਬ ਸਰਕਾਰ ਉਹ ਪ੍ਰੋਪਰ ਪ੍ਰੋਸੀਜਰ ਕਿਉਂ ਨਹੀਂ ਫੋਲੋ ਕਰ ਰਹੀ? ਆਫਟਰ ਆਲ ਜੋ ਬਜਟ ਸੈਸ਼ਨ ਖਤਮ ਹੋ ਗਿਆ ਸੀ ਤਾਂ ਉਹ ਸੈਸ਼ਨ ਨੂੰ ਪ੍ਰੋਰੋਗ ਕਰ ਦੇਣਾ ਚਾਹੀਦਾ ਸੀ, ਵਿਸ਼ੇਸ਼ ਇਜਲਾਸ 'ਚ ਸੱਦਣਾ ਸੀ ਤੇ ਦੁਬਾਰਾ ਮਨਜ਼ੂਰੀ ਲੈ ਲਓ ਉਹਦੀ। ਜੇ ਮਨਜ਼ੂਰੀ ਨਹੀਂ ਮਿਲਦੀ ਤਾਂ ਨਾ ਸੱਦੋ। ਦੇਖਿਆ ਜਾਏ ਤਾਂ ਦੇਖੋ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉਧਰੋਂ ਚੁਣਿਆ ਹੋਇਆ ਮੁੱਖ ਮੰਤਰੀ ਆ ਤੇ ਉਧਰੋਂ ਨਿਯੁਕਤ ਕੀਤੇ ਗਵਰਨਰ ਹੈ। ਉਹਨਾਂ ਨੂੰ ਮੇਰੇ ਹਿਸਾਬ ਨਾਲ ਆਪਦੇ ਅਧਿਕਾਰ ਖੇਤਰ ਤੇ ਮਿਆਰ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਤਾਲਮੇਲ ਇਹ ਆਪਦੇ ਉਹਦਿਆਂ ਦੀ ਈਗੋ 'ਚ ਫਸੇ ਹੋਏ, ਕੋਈ ਵੀ ਜਿਹੜੀ ਝੁਕਣ ਨੂੰ ਤਿਆਰ ਨਹੀਂ। ਉਹ ਕਹਿੰਦਾ ਮੈਂ ਇਹਦੇ ਨਾਲ ਸਕੀਮ ਆ, ਉਹ ਕਹਿੰਦੇ ਮੇਰਾ ਵੀ ਆਉਂਦਾ। ਦੇਖਿਆ ਜਾਵੇ ਮੁੱਖ ਮੰਤਰੀ ਵੱਲੋਂ ਵੀ ਤਲਖਬਾਜ਼ੀ ਜ਼ਿਆਦਾ ਕੀਤੀ ਗਈ, ਜਵਾਬ ਦੇਣੇ, ਕੋਈ ਜਾਂ ਜਵਾਬ ਨਹੀਂ ਦੇਣਾ ਜਾਂ ਉਹ ਜਿਹੇ ਕਰਨੇ, ਟਵੀਟ ਕਰਨੇ। ਉਧਰੋਂ ਗਵਰਨਰ ਕਨੀਓ ਵੀ ਮਤਲਬ ਕਿ ਬੇਲੋੜੇ ਜੇ ਵਿਕਟਾਂ ਕਰਨੀਆਂ, ਆਲੇ ਦੁਆਲੇ ਸਾਰਾ ਦਿਖਾਵਾ ਜੋ ਪੰਜਾਬ ਸਰਕਾਰ ਦਾ ਕੰਮ ਹੁੰਦਾ ਹੈ, ਦੋਨਾਂ ਕਨੀਓ ਆ ਰਹੀ ਹੈ। ਹੋ ਸਕਦਾ ਸ਼੍ਰੋਮਣੀ ਕਮੇਟੀ ਦਾ ਪ੍ਰੈਸ਼ਰ ਵੀ ਪਿਆ ਵੀ ਸਰਕਾਰ ਨੇ ਦਖਲਅੰਦਾਜ਼ੀ ਦਿੱਤੀ ਹੈ, ਚਲੋ ਮੰਨਦੇ ਆ, ਪਰ ਮੈਨੂੰ ਲੱਗਦਾ ਵੀ ਇਹ ਪ੍ਰਭਾਵ ਜਿਹੜਾ ਇਹੋ ਜਿਹਾ ਮਾੜਾ ਹੈਗਾ ਬਿੱਲਾਂ ਵਾਲਾ, ਮੈਨੂੰ ਲੱਗਦਾ ਗੱਠਜੋੜ ਇੰਡੀਆ ਵਾਲਾ ਤੇ NDA ਵਾਲਾ ਜਦੋਂ ਦਾ ਹੋ ਗਿਆ, ਹੋ ਸਕਦਾ ਉਦੋਂ ਵੀ ਕੜਤਣ ਵਧੇ। ਸੋ ਇਹ ਮੰਦਭਾਗਾ ਜਾ ਰਿਹਾ, ਇਹਦੇ 'ਚ ਪੰਜਾਬ ਦੇ ਲੋਕਾਂ ਦੇ ਨੁਕਸਾਨ ਹੈ। ਸੰਧੂ ਸਾਹਿਬ ਇੱਕ ਵੱਖਰਾ ਵਿਊ ਆਇਆ ਵਾ ਔਰ ਸ਼ਾਇਦ ਕਾਫੀ ਲੋਕ ਇਸ ਵਿਊ ਨਾਲ ਸਹਿਮਤ ਵੀ ਨੇ ਕਿ ਗਵਰਨਰ ਬਿਨਾਂ ਵਜ੍ਹਾ ਅੜਿੱਕਾ ਪਾ ਰਹੇ ਨੇ ਔਰ ਉਹਨਾਂ ਦਾ ਅੜਿੱਕਾ ਪਾਉਣਾ ਬਣਦਾ ਨਹੀਂ। ਚੁਣੀ ਹੋਈ ਸਰਕਾਰ ਆ, ਜੇ ਉਹ ਚਾਹੁੰਦੇ ਆ ਕਿ ਇਹ ਬਿੱਲ ਪਾਸ ਕਰਨੇ ਤਾਂ ਉਹਨਾਂ ਨੂੰ ਬਿੱਲਾਂ ਨੂੰ ਅਪਰੂਵਲ ਦੇਣੀ ਚਾਹੀਦੀ ਹੈ। नमस्कार, अस्सलामुअलैकुम, सत श्री अकाल। मैं हाँ कंवर संधू। इस वे नॉर्थ अमेरिका है बुधवार की शाम, भारत वीरवार की सवेर, नानकशाही संमत 555 सौण की 5 तरीक है और तुसी देख रहे जे तुहाडा अपना शो हैलो ग्लोबल पंजाब। ये शो ग्लोबल पंजाब TV ते चैनल पंजाबी ते रोज़ वांगू अज भी लाइव है। असी इस वे ग्लोबल पंजाब TV के फेसबुक पेज उपर भी लाइव हाँ। मेरे निजी फेसबुक पेज उपर इनू क्रॉस पोस्ट भी किया जा रहा वा। OTT प्लेटफॉर्म Jio TV ਤੇ डेली हंट उपर भी इस शो ਨੂੰ ਤੁਸੀਂ देख सकते जे, ये हिस्सा ले सकते जे। कॉल इन शो आ, सो कॉल ਤੁਸੀਂ कर सकते जे और कॉल करने वास्ते 2 नंबर्स ने ਜਿਹੜੇ लगातार ਤੁਹਾਡੀ स्क्रीन ਤੇ शो दौरान डिस्पले होणगे। इस ਵੇਲੇ भी ਤੁਹਾਡੀ स्क्रीन ਦੇ ਉੱਪਰ ਦੋਵੇਂ ਨੰਬਰ ਵਾਰੀ-ਵਾਰੀ ਆ ਰਹੇ ਨੇ। ਇਸ ਸ਼ੋ ਦੇ ਵਿੱਚ ਅਸੀਂ ਇੰਪੋਰਟੈਂਟ ਇਸ਼ੂਜ਼ ਦੇ ਉੱਪਰ ਡਿਸਕਸ਼ਨ ਕਰਦੇ ਆ, ਤੁਹਾਡੇ ਵਿਊਜ਼ ਲੈਂਦੇ ਆ, ਬਾਹਰ ਵਾਸਤੇ ਪੰਜਾਬੀਆਂ ਦੇ, ਇੱਥੋਂ ਲੋਕਲ ਲੋਕਾਂ ਦੇ ਵਿਊਜ਼ ਜਿਹੜੇ ਆ ਉਹ ਲੈਂਦੇ ਆ। ਤੇ ਅੱਜ ਆਪਾਂ ਗੱਲ ਕਰਾਂਗੇ ਦੁਬਾਰਾ ਸ਼ੁਰੂ ਹੋਏ ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਦਰਮਿਆਨ ਟਕਰਾਵ ਦੀ। ਉਹਨਾਂ ਦੇ ਦਰਮਿਆਨ ਟਕਰਾਵ ਫਿਰ ਤੋਂ ਸ਼ੁਰੂ ਹੋ ਗਿਆ ਵਾ, ਖਤੋ ਫਰੋਖਤ ਹੋ ਰਹੀ ਆ। ਗੱਲ ਕਰਾਂਗੇ ਕਿ ਇਹ ਜੋ ਹੋ ਰਿਹਾ ਵਾ ਇਹਦੇ ਪੰਜਾਬ ਦੇ ਕੰਮਕਾਜ ਤੇ ਕੀ ਅਸਰ ਪਊਗਾ। ਪਿਛਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖ ਕੇ ਗਵਰਨਰ ਨੂੰ, ਰਾਜਪਾਲ ਨੂੰ ਕਿਹਾ ਕਿ ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਆ, ਜਿਹਦੇ ਤਹਿਤ ਗੁਰਬਾਣੀ ਸਾਰੇ ਚੈਨਲਸ 'ਤੇ ਚੱਲ ਸਕਦੀ ਆ, ਉਸ ਨੂੰ ਮਨਜ਼ੂਰੀ ਦਿੱਤੀ ਜਾਵੇ। ਜਵਾਬ ਦੇ ਵਿੱਚ ਰਾਜਪਾਲ ਨੇ ਕਿਹਾ ਕਿ ਜਿਹੜਾ ਸੈਸ਼ਨ, ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ, ਇਜਲਾਸ ਸੱਦਿਆ ਗਿਆ ਸੀ ਜੂਨ 19-20 ਨੂੰ, ਉਹ ਗੈਰ ਕਾਨੂੰਨੀ ਸੀ। ਉਹਨਾਂ ਨੇ, ਰਾਜਪਾਲ ਨੇ ਕਿਹਾ ਕਿ ਉਹਨਾਂ ਨੇ ਕਾਨੂੰਨੀ ਰਾਏ ਲਈ ਆ ਜਿਸ ਮੁਤਾਬਕ ਉਹ ਸੈਸ਼ਨ ਗੈਰ ਕਾਨੂੰਨੀ ਸੀ ਔਰ ਉਹਦੇ ਜੋ ਕੁਝ ਵੀ ਕੰਮਕਾਜ ਹੋਇਆ ਉਹਦੇ ਬਾਰੇ ਕੀ ਕਰਨਾ ਵਾ, ਇਹਦੇ ਵਾਸਤੇ ਉਹ ਅਟਾਰਨੀ ਜਨਰਲ ਆਫ ਇੰਡੀਆ ਦੀ ਰਾਏ ਲੈਣ ਜਾ ਰਹੇ ਨੇ। ਔਰ ਉਹਨੇ ਇਹ ਵੀ ਕਿਹਾ ਕਿ ਜਿਹੜੇ ਬਿੱਲ ਪਾਸ ਹੋਏ ਨੇ, 4 ਬਿੱਲ, ਇਹ ਜਿਹੜਾ ਗੁਰਦੁਆਰਾ ਐਕਟ ਦਾ ਬਿੱਲ ਆ, ਇਹ 4 ਬਿੱਲਾਂ ਦਾ ਇੱਕ ਹਿੱਸਾ ਸੀ। 4 ਬਿੱਲਾਂ ਦੇ ਵਿੱਚੋਂ ਇੱਕ ਇਹ ਸੀ। ਉਹਨਾਂ ਕਿਹਾ ਕਿ ਇਹ ਜਿਹੜੇ ਚਾਰੇ ਬਿੱਲ ਨੇ ਉਹ ਰਾਸ਼ਟਰਪਤੀ ਨੂੰ ਭੇਜ ਰਹੇ ਨੇ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਜੋ ਹੋ ਰਿਹਾ ਵਾ ਇਹਦੇ ਕੀ ਮਾਇਨੇ ਨੇ ਔਰ ਕੀ ਇਹ ਜਿਹੜੇ ਇਸ ਟਕਰਾਵ ਦੇ ਮੱਦੇਨਜ਼ਰ ਜਿਹੜੇ ਚਾਰੇ ਬਿੱਲ ਇਸ ਸੈਸ਼ਨ ਦੇ ਵਿੱਚ, ਵਿਸ਼ੇਸ਼ ਇਜਲਾਸ ਦੇ ਵਿੱਚ ਪਾਸ ਹੋਏ, ਉਹਨਾਂ ਦਾ ਕੀ ਭਵਿੱਖ ਆ। ਕੀ ਉਹ ਹਮੇਸ਼ਾ ਵਾਸਤੇ ਠੰਡੇ ਬਸਤੇ 'ਚ ਪੈ ਗਏ? ਜੇ ਇਹ ਸਹੀ ਆ ਕਿ ਹਮੇਸ਼ਾ ਵਾਸਤੇ ਠੰਡੇ ਬਸਤੇ 'ਚ ਪੈ ਗਏ
तो फिर ਇਹਦਾ मतलब है भी वो 2 ਦਿਨਾਂ ਦੇ ਜਿਹੜਾ इजलास होया सी वो पैसे ਦੀ ਤੇ ਸਮੇਂ ਦੀ ਬਰਬਾਦੀ ਸੀ। ਇਹ ਜਿਹੜੇ 4 ਬਿੱਲ ਪਾਸ ਕੀਤੇ ਗਏ ਸੀ ਉਹਨਾਂ ਚੋਂ 3 ਬਹੁਤ ਅਹਿਮ ਬਿੱਲ ਨੇ, ਵੈਸੇ ਬੜੇ ਵਿਵਾਦਕ ਬਿੱਲ ਨੇ, ਕੰਟਰੋਵਰਸ਼ੀਅਲ ਬਿੱਲਸ ਨੇ। ਇੱਕ ਤੇ ਬਿੱਲ ਇਹੋ ਹੀ ਆ ਕਿ ਗੁਰਦੁਆਰਾ ਐਕਟ ਦੇ ਵਿੱਚ ਸੋਧ ਮੁਤਾਬਕ ਗੁਰਬਾਣੀ ਸਾਰੇ ਚੈਨਲਸ ਤੇ ਚੱਲਣੀ ਚਾਹੀਦੀ ਆ। ਹੁਣ ਤੱਕ ਤੁਹਾਨੂੰ ਪਤਾ ਹੀ ਆ ਕਿ ਗੁਰਬਾਣੀ ਜਿਹੜੀ ਆ ਇੱਕ ਚੈਨਲ ਤੇ ਹੀ ਚੱਲ ਰਹੀ ਹੈ। ਸੋ ਇਹ ਸੋਧ ਮੁਤਾਬਕ ਇਹ ਗੁਰਬਾਣੀ ਸਾਰੇ ਚੈਨਲਸ ਤੇ ਚੱਲਣ ਦਾ ਅਧਿਕਾਰ ਜਿਹੜਾ ਵਾ ਉਹ SGPC ਨੂੰ ਦੇਣਾ ਬਣਦਾ ਵਾ। ਇਹ ਇਸ ਬਿੱਲ ਦਾ ਮੱਦ ਸੀ। ਦੂਸਰਾ ਬਿੱਲ ਮੁਤਾਬਕ ਜਿਹੜੀਆਂ ਯੂਨੀਵਰਸਿਟੀਆਂ ਵਾ ਪੰਜਾਬ ਦੀਆਂ ਉਹਨਾਂ ਦੇ ਜਿਹੜੇ ਕੁਲਪਤੀ ਮਤਲਬ ਚਾਂਸਲਰ ਨੇ ਉਹ ਰਾਜਪਾਲ ਦੀ ਥਾਂ ਤੇ ਮੁੱਖ ਮੰਤਰੀ ਹੋਣਗੇ। ਇਹ ਕਈ ਹੋਰ ਸਟੇਟਾਂ ਨੇ ਵੀ ਇਸ ਤਰ੍ਹਾਂ ਦੇ ਬਿੱਲ ਪਾਸ ਕੀਤੇ ਨੇ, ਤਾਮਿਲਨਾਡੂ, ਵੈਸਟ ਬੰਗਾਲ, ਕੇਰਲਾ ਵਗੈਰਾ ਵਗੈਰਾ, ਲੇਕਿਨ ਉੱਥੇ ਕਿਤੇ ਵੀ ਹਾਲੀ ਇਹਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਤੀਸਰਾ ਬਿੱਲ ਹੈ ਕਿ DGP ਦੀ ਨਿਯੁਕਤੀ ਵਾਸਤੇ ਜਿਹੜੀ UPSC ਤੋਂ ਮਾਨਤਾ ਲੈਣੀ ਪੈਂਦੀ ਹੈ, UPSC ਤੋਂ ਅਪਰੂਵਲ ਲੈਣਾ ਪੈਂਦਾ ਇੱਕ ਪੈਨਲ ਭੇਜ ਕੇ, ਉਹਦੀ ਲੋੜ ਨਹੀਂ। ਸੂਬਾ ਜਿਹੜਾ ਵਾ ਉਹ ਆਪਣੇ ਫਿਰ DGP ਲਾ ਸਕਦਾ ਵਾ, ਹਟਾ ਸਕਦਾ ਵਾ। ਸੋ ਇਹ ਤਿੰਨੇ ਬਿੱਲ ਜਿਹੜੇ ਨੇ, 4 ਬਿੱਲ ਹੈ ਟੋਟਲ, ਇੱਕ ਹੋਰ ਬਿੱਲ ਹੈ। ਇਹ ਚਾਰੇ ਬਿੱਲ ਜਿਹੜੇ ਨੇ ਇਹ ਇਸ ਵੇਲੇ ਹਾਲ ਦੀ ਘੜੀ ਠੰਡੇ ਬਸਤੇ 'ਚ ਪੈ ਗਏ ਆ। ਇਹ ਪਿਛਲੇ ਵਿਸ਼ੇਸ਼ ਇਜਲਾਸ ਦੇ ਵਿੱਚ ਸੱਦੇ ਗਏ ਸੀ। ਕਾਰਨ ਇਹ ਆ ਕਿ ਰਾਜਪਾਲ ਦਾ ਕਹਿਣਾ ਵਾ ਕਿ ਇਹ ਜਿਹੜਾ ਸੈਸ਼ਨ ਸੀ ਇਹ ਗੈਰ ਕਾਨੂੰਨੀ ਸੀ, ਕਿਉਂਕਿ ਬਜਟ ਸੈਸ਼ਨ ਜਦੋਂ ਖਤਮ ਹੋ ਗਿਆ ਤੇ ਬਜਟ ਸੈਸ਼ਨ ਨੂੰ ਪ੍ਰੋਰੋਗ ਕਰ ਦੇਣਾ ਚਾਹੀਦਾ ਸੀ, ਮਤਲਬ ਹਮੇਸ਼ਾ ਵਾਸਤੇ ਅਣਮਿੱਥੇ ਸਮੇਂ ਵਾਸਤੇ ਉਹਨੂੰ ਉਠਾ ਦਿੱਤਾ ਜਾਣਾ ਚਾਹੀਦਾ ਸੀ। ਲੇਕਿਨ ਉਹ ਸੈਸ਼ਨ ਨੂੰ ਕੰਟੀਨਿਊ ਕੀਤਾ ਗਿਆ, ਐਡਜਰਨ ਕੀਤਾ ਗਿਆ ਸਿਰਫ, ਔਰ ਇਹਦਾ ਮਤਲਬ ਇਹ ਕਿ ਦੁਬਾਰਾ ਮਨਜ਼ੂਰੀ ਲੈਣ ਦੀ ਰਾਜਪਾਲ ਤੋਂ ਲੋੜ ਨਹੀਂ ਸੀ। ਰਾਜਪਾਲ ਨੇ ਕਿਹਾ ਕਿ ਜੇ ਇਹ ਗੱਲ ਆ ਤੇ ਬਜਟ ਸੈਸ਼ਨ ਦੀ ਐਕਸਟੈਂਸ਼ਨ ਸੀ ਇਹ ਵਿਸ਼ੇਸ਼ ਇਜਲਾਸ, ਇਹਦੇ 'ਚ ਬਜਟ ਸੰਬੰਧੀ ਮਸਲੇ ਹੀ ਵਿਚਾਰਨੇ ਚਾਹੀਦੇ ਸੀ, ਨਾ ਕਿ ਨਵੇਂ ਬਿੱਲ ਲਿਆਉਣੇ ਚਾਹੀਦੇ ਸੀ। ਸੋ ਇਹ ਮਸਲਾ ਵਾ ਕਿ ਇਹ ਵਿਸ਼ੇਸ਼ ਇਜਲਾਸ ਜਿਹੜਾ ਸੀ ਇਹ ਗੈਰ ਕਾਨੂੰਨੀ ਸੀ, ਰਾਜਪਾਲ ਮੁਤਾਬਕ ਇਹ ਗੈਰ ਕਾਨੂੰਨੀ ਸੀ, ਇਹਦੀ ਪ੍ਰੋਪਰ ਵੈਧਤਾ ਨਹੀਂ ਹੈ। ਸੋ ਕੀ ਬਣੂਗਾ ਇਹ ਬਿੱਲਸ ਦਾ, ਇਹਦੇ ਬਾਰੇ ਅਸੀਂ ਵਿਸ਼ੇਸ਼ ਅੱਜ ਗੱਲਬਾਤ ਕਰ ਰਹੇ ਹਾਂ। ਔਰ ਇਸ ਟਕਰਾਵ ਕਰਕੇ ਹੁਣ ਕੀ ਪੰਜਾਬ ਦੀ ਜਿਹੜੀ ਕੰਮਕਾਜ ਆ ਉਹ ਸਫਰ ਕਰੂਗਾ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਬੜੇ ਗੰਭੀਰ ਇਸ਼ੂ ਦੇ ਉੱਪਰ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਮੈਂ ਥੋੜੀ ਡਿਟੇਲ 'ਚ ਗੱਲ ਕਰਾਂਗਾ ਅੱਜ। ਜੀ ਜੀ। ਇਸ ਤਰ੍ਹਾਂ ਹੈ ਜੀ, ਜਿਹੜੇ ਜਿੰਨੇ ਆ ਵੀ ਸਟੇਟਾਂ 'ਚ ਗਵਰਨਰ ਲੱਗਦੇ ਆ ਜੀ, ਇਹ ਜਿਹੜੇ PM ਹੁੰਦਾ ਜੀ ਉਹਦਾ ਰਾਈਟ ਹੈਂਡ ਜਿਹੜਾ ਕਿ ਬਿਲਕੁਲ ਉਹਦੇ ਵਫਾਦਾਰ ਹੋਵੇ ਉਹਨੂੰ ਗਵਰਨਰ ਲਾਉਂਦਾ, ਨੰਬਰ 1। ਕਿਉਂਕਿ ਉਹ ਜਦੋਂ ਮਰਜੀ ਜੋ ਮਰਜੀ ਮਤਲਬ ਗਵਰਨਰ ਨੂੰ ਕਹਿ ਕੇ ਆਪਣਾ ਕੰਟਰੋਲ ਕਰ ਸਕੇ ਸਟੇਟਾਂ 'ਚ, ਖਾਸ ਕਰਕੇ ਉਹ ਸਟੇਟਾਂ ਜਿੱਥੇ ਕਿ ਉਹਦੇ ਆਪਣਾ ਰਾਜ ਨਹੀਂਗਾ ਜੀ। ਹੁਣ ਅੱਗੇ ਆ ਜਾਓ ਕਿ ਗਵਰਨਰ ਸਾਹਿਬ ਦੇ ਤੇ ਪੰਜਾਬ ਦੇ ਰਿਲੇਸ਼ਨ ਖਰਾਬ ਵਾਸਤੇ ਕੀ ਆ। ਪਹਿਲਾਂ ਮੈਂ PM ਦੀ ਥੋੜਾ ਹੋਰ ਡਿਟੇਲ ਦੇ ਦੇਣਾ। PM ਸਾਹਿਬ ਦੀ ਅੱਜ ਪੋਜੀਸ਼ਨ ਇਹ ਹੈ ਕਿ ਅੱਜ ਤੱਕ ਕਿਸੇ PM ਦੀ ਇੰਨੀ ਪੋਜੀਸ਼ਨ ਨਹੀਂ ਆਈ। ਈਵਨ ਰਸ਼ੀਆ, ਅਮਰੀਕਾ, ਫਰਾਂਸ, ਉਹ ਇਹਨਾਂ ਨੂੰ ਆਪ ਜੱਫੀਆਂ ਪਾ ਕੇ ਲੈਂਦੇ ਆ ਔਰ ਉਹਨਾਂ ਦੀ ਹਰ ਇੱਕ ਈਨ ਮੰਨਦੇ ਪਏ ਆ। ਇੱਕ ਵਾਹਦ PM ਇਹ ਹੈ ਜਿਹੜਾ ਕਿ ਰਸ਼ੀਆ ਵੀ ਈਨ ਮੰਨਦਾ ਔਰ ਅਮਰੀਕਾ ਵੀ ਈਨ ਮੰਨਦਾ, ਹਾਲੇ ਕਿ ਦੋਨੋਂ ਦਾ ਇੱਟ ਕੁੱਤੇ ਦਾ ਵੈਰ ਹੈ, ਫਿਰ ਵੀ ਆਪਣੀ ਈਨ ਮਨਾਉਂਦਾ ਪਿਆ, ਪੈਟਰੋਲ ਸਸਤਾ। ਮਤਲਬ ਇੰਟਰਨੈਸ਼ਨਲ ਪੋਜੀਸ਼ਨ ਇਹਨੇ ਬਹੁਤ ਅੱਛੀ ਕੀਤੀ ਹੋਈ ਹੈ। ਹੁਣ ਆ ਜਾਓ ਫਿਰ ਟੌਪਿਕ ਤੇ। ਹੁਣ ਚੱਕਰ ਇਹ ਹੈ ਜੀ ਕਿ ਗਵਰਨਰ PM ਨੂੰ ਤੁਸੀਂ ਕਹਿ ਦਿਓ ਦੂਜੀ ਪਾਸ ਹੋਈ ਜਾਂ 4 ਜਮਾਤਾਂ ਪਾਸ ਕੀਤੀਆਂ, ਉਹਦੀ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਉਹਦੀ ਬੇਇੱਜ਼ਤੀ ਕਰੋ ਤੇ ਤੁਸੀਂ ਹੋਪ ਕਰਦੇ ਹੋ ਕਿ ਤੁਹਾਨੂੰ PM ਏਦਾਂ ਛੱਡੇਗਾ। ਉਹ ਆਪ ਤੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹ ਇੰਟਰਨੈਸ਼ਨਲ ਫਿਗਰ ਬਣਿਆ ਹੋਇਆ। ਉਹਨੇ ਗਵਰਨਰ ਦੇ ਥਰੂ ਤੁਹਾਡੇ ਨੱਟ ਟਾਈਟ ਕਰਨੇ ਆ, ਉਹ ਕਰ ਰਿਹਾ ਵਾ। ਸਾਨੂੰ ਆਪਣੇ PM ਨੂੰ ਏਦਾਂ ਨਹੀਂ ਬੋਲਣਾ ਚਾਹੀਦਾ ਜਿਹੜੇ ਸਾਡੇ ਆਮ ਪਾਰਟੀ ਵਾਲੇ ਬੋਲਦੇ ਪਏ ਆ। ਸਾਨੂੰ ਜਿਹੜਾ ਇੰਟਰਨੈਸ਼ਨਲ ਇੰਨੀ ਪੋਜੀਸ਼ਨ ਅੱਛੀ ਹੋਈ ਉਸ ਬੰਦੇ ਦੀ, ਹਾਂ ਉਹਨੂੰ ਤੁਸੀਂ ਏਦਾਂ ਬੋਲੋਗੇ ਤਾਂ ਤੁਸੀਂ ਉਹਦੇ ਕੋਲ ਕੀ ਹੋਪ ਕਰ ਸਕਦੇ ਹੋ? ਨਹੀਂ, ਇਹ ਸਿਰਫ ਉਹਨਾਂ ਨੂੰ ਤੰਗ ਕਰ ਰਹੇ ਆ। ਪਰ ਮਲਹੋਤਰਾ ਜੀ, ਜਿਹੜੀ ਸੈਸ਼ਨ ਦਾ ਇੱਕ ਸਿਸਟਮ ਆ, ਸੈਸ਼ਨ ਸੱਦਣ ਦਾ, ਸੈਸ਼ਨ ਨੂੰ ਐਡਜਰਨ ਕਰਨ ਦਾ, ਸੈਸ਼ਨ ਨੂੰ ਪ੍ਰੋਰੋਗ ਕਰਨ ਦਾ, ਪੰਜਾਬ ਸਰਕਾਰ ਉਹ ਪ੍ਰੋਪਰ ਪ੍ਰੋਸੀਜਰ ਕਿਉਂ ਨਹੀਂ ਫੋਲੋ ਕਰ ਰਹੀ? ਆਫਟਰ ਆਲ ਜਦੋਂ ਬਜਟ ਸੈਸ਼ਨ ਖਤਮ ਹੋ ਗਿਆ ਸੀ ਤੇ ਉਹ ਸੈਸ਼ਨ ਨੂੰ ਪ੍ਰੋਰੋਗ ਕਰ ਦੇਣਾ ਚਾਹੀਦਾ ਸੀ, ਵਿਸ਼ੇਸ਼ ਇਜਲਾਸ 'ਚ ਸੱਦਣਾ ਸੀ ਤੇ ਦੁਬਾਰਾ ਮਨਜ਼ੂਰੀ ਲੈ ਲਓ ਉਹਦੀ। ਜੇ ਮਨਜ਼ੂਰੀ ਨਹੀਂ ਮਿਲਦੀ ਤੇ ਨਾ ਸੱਦੋ। ਉਹਦਾ ਕਾਰਨ ਇਹ ਹੈ ਜੀ ਕਿ ਅੱਗੇ ਸੈਸ਼ਨ ਸੱਦਣ ਵਾਸਤੇ ਕਿੰਨੀ ਪ੍ਰੋਬਲਮ ਪਈ, ਸੁਪਰੀਮ ਕੋਰਟ ਜਾਣਾ ਪਿਆ ਇਹਨਾਂ ਨੂੰ। ਨਹੀਂ, ਉਹ ਠੀਕ ਹੈ, ਉਹ ਠੀਕ ਹੈ, ਪਰ ਇਹ ਪਤਾ ਨਹੀਂ ਕਿੰਨੇ ਸਲਾਹ ਦਿੱਤੀ ਆ। ਹੁਣ ਵੇਖੋ ਨਾ, ਬਿੱਲ ਪਾਸ ਹੋ ਗਏ 4 ਜੂਨ ਦੇ ਵਿੱਚ। ਹੁਣ ਇਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਹੁਣ ਜੁਲਾਈ ਦਾ ਮੱਧ ਆ ਗਿਆ ਵਾ ਤੇ ਹੁਣ ਤੱਕ ਉਹਨਾਂ ਦੀ ਅਪਰੂਵਲ ਨਹੀਂ ਮਿਲੀ। ਤੇ ਹੁਣ ਤੁਸੀਂ ਵੈਸੇ ਹੀ ਮੌਨਸੂਨ ਸੈਸ਼ਨ ਸੱਦ ਸਕਦੇ ਜੇ, ਤੇ ਮੌਨਸੂਨ ਸੈਸ਼ਨ ਦੇ ਵਿੱਚ ਮੌਨਸੂਨ ਸੈਸ਼ਨ ਦੀ ਅਪਰੂਵਲ ਤੇ ਗਵਰਨਰ ਨੇ ਦੇਣੀ ਸੀ ਔਰ ਉਹਦੇ ਤੁਸੀਂ ਆ ਬਿੱਲ ਪਾਸ ਕਰ ਲੈਂਦੇ।
ਉਹਦਾ ਕਾਰਨ ਇਹ ਜੀ ਸੀਐਮ ਸਾਹਿਬ ਦੇ ਦਿਮਾਗ 'ਚ ਇਹ ਸੀਗਾ ਕਿ ਜਿਹੜਾ ਆਪਣਾ ਗੁਰਬਾਣੀ ਦਾ ਮਸਲਾ ਵਾ ਇਹ ਡੇਟ ਐਕਸਪਾਇਰ ਹੁੰਦੀ ਪਈ ਸੀ, ਇਸ ਕਰਕੇ ਉਹਨਾਂ ਦੇ 'ਚ ਐਡ ਕਰਕੇ ਦਿੱਤਾ। ਜਿਹੜੇ ਸਲਾਹਕਾਰ ਆ ਸੀਐਮ ਦੇ ਕੋਲ ਠੀਕ ਨਹੀਂ ਲੱਗਦੇ ਪਏ, ਕਿਉਂਕਿ ਉਹਨਾਂ ਨੇ ਦਿਮਾਗ ਸੀਗਾ ਕਿ ਕਿਤੇ ਉਹਨੂੰ ਰਿਨਿਊ ਨਾ ਕਰ ਜਾਣ। ਇਹ ਵਾਕਈ ਉਹਨਾਂ ਨੂੰ ਰਿਨਿਊ ਕਰਨ ਲੱਗੇ ਹਨ। ਜੇ ਸੀਐਮ ਬੋਲਦਾ ਨਾ ਤਾਂ ਉਹਨਾਂ ਨੇ ਫਿਰ ਪੀਟੀਸੀ ਵਾਲਿਆਂ ਨੂੰ ਕਿਸੇ ਹੋਰ ਕੰਪਨੀ ਨੂੰ ਰਿਨਿਊ ਕਰ ਦੇਣਾ ਸੀਗਾ। ਇਸ ਕਰਕੇ ਸਾਰਾ ਕੁਝ ਹੋਇਆ ਡਰਾਮਾ। ਸਿਰਫ ਇਹੋ ਹੀ ਨਹੀਂ, 2 ਬਿੱਲ ਹੋਰ ਵੀ ਨੇ ਕਿ ਚਾਂਸਲਰ ਜਿਹੜੇ ਨੇ ਉਹਨਾਂ ਰਾਜਪਾਲ ਦੀ ਥਾਂ ਤੇ ਹੁਣ ਵੀ ਸੀਐਮ ਹੋਇਆ ਕਰੂਗਾ। ਹੁਣ ਪਤਾ ਨਹੀਂ ਇਹ ਕਿੰਨਾ ਕੁ ਸਹੀ ਆ। ਸੀਐਮ ਜਿਹੜਾ ਗ੍ਰੈਜੂਏਟ ਵੀ ਨਹੀਂ, ਕੀ ਉਹ ਚਾਂਸਲਰ ਹੋਣਾ ਚਾਹੀਦਾ ਯੂਨੀਵਰਸਿਟੀਆਂ ਦਾ? ਇਹ ਵੀ ਇੱਕ ਮਸਲਾ ਵਾ। ਔਰ ਫਿਰ ਡੀਜੀਪੀ ਦੀ ਨਿਯੁਕਤੀ ਇੱਕ ਸਿਸਟਮ ਆਲ ਇੰਡੀਆ ਲੈਵਲ ਤੇ ਬਣਿਆ ਵਾ। ਅਸੀਂ ਇੱਕ ਚਹੇਤੇ ਨੂੰ ਡੀਜੀਪੀ ਬਣਾਉਣਾ ਚਾਹੁੰਦੇ ਆ ਜਿਨ੍ਹਾਂ ਤੋਂ 4, 5, 6 ਬੰਦੇ ਸੀਨੀਅਰ ਨੇ। ਕੀ ਇਹ ਸਹੀ ਹੈ? ਫਿਰ ਉਹਦਾ ਕਾਰਨ ਹੈ ਜੀ ਕਿ ਕਿਉਂਕਿ ਉਹ ਸੈਂਟਰ ਦੇ ਨਾਲ ਅਪਰੋਚ ਬੰਦੇ ਆਪਣਾ ਨਹੀਂ ਲਾਏਗਾ ਤੇ ਆਪਣਾ ਕੰਮ ਕਿੱਦਾਂ ਕਰਾ ਸਕਦਾ ਜੀ। ਇਸ ਕਰਕੇ ਇਹਨਾਂ ਨੇ ਸਾਰਾ ਕੁਝ ਕੀਤਾ ਕਿ ਇਹ ਚਾਹੁੰਦੇ ਕਿ ਮੈਂ ਆਪਣਾ ਬੰਦਾ ਲਾ ਕੇ ਤੇ ਮੈਂ ਕੰਟਰੋਲ ਕਰਾਂ। ਆਪਣਾ ਬੰਦਾ ਅਫਸਰ ਤੇ ਕੰਮ ਜੋ ਤੁਸੀਂ ਕਹੋਗੇ ਉਹ ਕਰੂਗਾ। ਅਫਸਰ ਤੇ ਆਫਟਰ ਆਲ ਅਫਸਰ ਹੀ ਹੁੰਦਾ ਨਾ। ਅਫਸਰ ਤੇ ਇਹੋ ਜਿਹੇ ਵੀ ਹੈ ਜਿਹੜੇ ਕਿ ਇਹਨਾਂ ਨੇ ਉਹ ਕਿੰਨੇ ਕਰੋੜਾਂ ਰੁਪਏ ਦਾ ਨਸ਼ਾ ਭੱਜਾ ਫਿਰਦਾ, ਉਹ ਵੀ ਅਫਸਰ ਹੈਗੇ। ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਉਹ ਇਹ ਤਾਂ ਫਿਰ ਇਹਨਾਂ ਨੇ ਇਸ ਲਈ ਡਰੱਗ ਮਸਲਾ ਬੜਾ ਜ਼ਬਰਦਸਤ ਹੈਗਾ ਜੀ ਇਸ ਲਈ ਪੰਜਾਬ 'ਚ, ਇਸ ਕਰਕੇ ਪੁਲਿਸ ਦਾ ਮੰਗਣ ਡਿਆ। ਓਕੇ, ਸੋ ਤੁਹਾਡਾ ਖਿਆਲ ਹੈ ਕਿ ਜਿਹਨੂੰ ਡੀਜੀਪੀ ਇਹਨਾਂ ਨੇ ਲਾਇਆ ਵਾ ਉਹ ਸਹੀ ਡੀਜੀਪੀ ਹੈ? ਮਲਹੋਤਰਾ ਸਾਹਿਬ ਦਾ ਵਿਚਾਰ ਹੈ। ਜੈ ਪ੍ਰਕਾਸ਼ ਗੋਰਾ, ਮਿਸਕੀ ਗੁਪਤਾ, ਲਾਲ ਸਿੰਘ ਬੁਢਲਾਡਾ, ਸਿੰਘ ਸਰਾਂ ਵੀ ਸਾਡੇ ਨਾਲ ਜੁੜ ਗਏ ਨੇ। ਸਭ ਦਾ ਸਵਾਗਤ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਅਕਾਲ ਤਖਤ ਦੇ ਜਥੇਦਾਰ ਕੌਣ ਹਨ ਇਸ ਸਮੇਂ? ਭਾਰਤ ਅਤੇ ਭਾਰਤ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਸਵਾਲ ਹੈ। ਇਹ ਮਸਲਾ ਹਟ ਕੇ ਤੁਸੀਂ ਹੋਰ ਮਸਲੇ ਤੇ ਪਹੁੰਚ ਗਏ ਮਿਸਕੀ ਗੁਪਤਾ ਜੀ। ਅਸੀਂ ਤੇ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੇ ਬਿੱਲ ਪਾਸ ਹੋਏ ਸੀ ਵਿਸ਼ੇਸ਼ ਇਜਲਾਸ ਦੇ ਵਿੱਚ, ਸਪੈਸ਼ਲ ਸੈਸ਼ਨ ਦੇ ਵਿੱਚ, ਉਹਨਾਂ ਦਾ ਹੁਣ ਕੀ ਬਣੂਗਾ? ਕਿਉਂਕਿ ਉਹ ਇੱਕ ਤਰੀਕੇ ਨਾਲ ਠੰਡੇ ਬਸਤੇ 'ਚ ਪੈ ਗਏ ਲੱਗਦੇ ਆ। ਮੀਨਵਾਈਲ ਪਾਲੀ ਗਿੱਦਰਬਾ ਤੇ ਗੁਰਪ੍ਰੀਤ ਸੇਖੋ ਬੰਟੂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ੍ਰੀ ਅਕਾਲ। ਹਾਂਜੀ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਦੇਖਿਆ ਜਾਵੇ ਨਾ, ਦੇਖੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉਧਰੋਂ ਚੁਣਿਆ ਹੋਇਆ ਮੁੱਖ ਮੰਤਰੀ ਆ ਤੇ ਉਧਰੋਂ ਨਿਯੁਕਤ ਕੀਤੇ ਗਵਰਨਰ ਹੈ। ਦੋਨਾਂ ਨੂੰ ਮੇਰੇ ਹਿਸਾਬ ਨਾਲ ਆਪਦੇ ਅਧਿਕਾਰ ਖੇਤਰ ਤੇ ਮਿਆਰ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ, ਤਾਲਮੇਲ ਦੇ ਨਾਲ। ਪਰ ਆਪਾਂ ਦੇਖਿਆ ਪਿਛਲੇ ਸਮੇਂ ਤੋਂ ਦੋਨੇ ਹੀ ਅਹੁਦੇਦਾਰ, ਮੈਂ ਕਹੂੰਗਾ, ਤੇ ਆਪਦੇ ਅਹੁਦਿਆਂ ਦੀ ਈਗੋ ਵਿੱਚ ਫਸੇ ਹੋਏ ਆ। ਕੋਈ ਵੀ ਜਾਨੀ ਝੁਕਣ ਨੂੰ ਤਿਆਰ ਨਹੀਂ। ਉਹ ਕਹਿੰਦਾ ਮੈਂ ਇਹਦੇ ਨਾਲ ਸੁਪਰੀਮ ਆ, ਉਹ ਕਹਿੰਦੇ ਮੇਰਾ ਵੀ ਅਹੁਦਾ ਹੈ। ਦੇਖਿਆ ਜਾਵੇ ਮੁੱਖ ਮੰਤਰੀ ਕੰਨਿਓ ਵੀ ਤਲਖਬਾਜ਼ੀ ਜ਼ਿਆਦਾ ਕੀਤੀ ਗਈ। ਜਵਾਬ ਦੇਣੇ, ਕੋਈ ਜਾਂ ਜਵਾਬ ਨਹੀਂ ਦੇਣਾ ਜਾਂ ਉਹ ਜਿਹੇ ਕਰਨੇ, ਟਵੀਟ ਕਰਨੇ। ਉਧਰੋਂ ਗਵਰਨਰ ਕੰਨਿਓ ਵੀ ਮਤਲਬ ਵੀ ਬੇਲੋੜੇ ਜੇ ਵਿਜਟਾਂ ਕਰਨੀਆਂ ਆਲੇ ਦੁਆਲੇ ਸਾਰਾ ਕੁਝ, ਹਾਲਾਂਕਿ ਉਹ ਪੰਜਾਬ ਸਰਕਾਰ ਦਾ ਕੰਮ ਹੁੰਦਾ ਹੈ। ਦੋਨਾਂ ਕੰਨਿਓ ਆ ਰਹੀ ਹੈ। ਪਰ ਇਹ ਮਾੜੀ ਹੈ। ਦੇਖੋ ਸੰਧੂ ਸਾਹਿਬ, ਇਹ ਧਰਮ ਦਾ ਮਸਲਾ ਸੀ, ਕਿਉਂ ਨਹੀਂ ਪਹਿਲਾਂ ਹੀ ਮਤਲਬ ਵੀ ਸਾਰੇ ਲੋਕ ਆਪਾਂ ਨੂੰ ਪਤਾ ਔਖੇ ਸੀ, ਸਾਰੇ ਪੰਜਾਬ ਸਿੱਖ ਸੰਗਤ ਵੀ ਇਹ ਪੀਟੀਸੀ ਚੈਨਲ ਚੱਲਦਾ ਵੀ ਉਹਦੀ ਅਧਿਕਾਰੀ ਉਹਨੂੰ ਆਪਾਂ ਬਦਲਣਾ ਹੈ ਤੇ ਉਹਦਾ ਮੇਰਾ ਖਿਲਾਫ ਐਕਸਪਾਇਰ ਵੀ ਹੋ ਰਿਹਾ ਐਗਰੀਮੈਂਟ। ਕਿਉਂ ਨਾ ਮਤਲਬ ਵੀ ਸਰਬਸੰਮਤੀ ਨਾਲ ਈਵਨ ਸ਼੍ਰੋਮਣੀ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਹੈ, ਹਾਲਾਂਕਿ ਕੰਮ ਦਾ ਉਹਨੂੰ ਲੈ ਕੇ ਵਿਸ਼ਵਾਸ 'ਚ ਤੇ ਭਾਵੇਂ ਸਰਕਾਰ ਕਨੀ ਉਹ ਗੱਲ ਕੀਤੀ ਜਾਂਦੀ, ਮੇਰੇ ਖਿਲਾਫ ਆਰਡੀਨੈਂਸ ਦੇ ਲਿਆਉਣ ਦੀ ਲੋੜ ਹੀ ਨਹੀਂ ਸੀ। ਨਹੀਂ, ਸਰਕਾਰ ਦਾ ਜਾਂ ਮਤਾ ਪਾਸ ਕਰਨਾ ਜਾਂ ਨਾ ਮਤਾ ਪਾਸ ਕਰਨਾ ਠੀਕ ਆ, ਉਹਦਾ ਕਰਕੇ ਪ੍ਰੈਸ਼ਰ ਜ਼ਰੂਰ ਪਿਆ ਵਾ। ਪਰ ਐਸਜੀਪੀਸੀ ਤੇ ਉਹ ਮਤਾ ਜਿਹੜਾ ਵਾ ਅਪਲਾਈ ਨਹੀਂ ਕਰਦਾ। ਐਸਜੀਪੀਸੀ ਇੱਕ ਇੰਡੀਪੈਂਡੈਂਟ ਸੰਸਥਾ ਵਾ। ਸੋ ਇਸ ਕਰਕੇ ਮਤਾ ਪਾਸ ਜੇ ਹੋ ਵੀ ਜਾਵੇ, ਅਪਰੂਵਲ ਮਿਲ ਵੀ ਜਾਵੇ ਤੇ ਐਸਜੀਪੀਸੀ ਉਹਨੂੰ ਨਾ ਮੰਨੇ ਤੇ ਉਹਦਾ ਮੇਰੇ ਖਿਆਲ ਕੋਈ ਉਹਦਾ ਕੋਈ ਉਹਦੇ 'ਚ ਕਾਨੂੰਨੀ ਦਖਲਅੰਦਾਜ਼ੀ ਨਹੀਂ ਹੋ ਸਕਦੀ ਕੋਈ। ਹਾਂਜੀ ਬਿਲਕੁਲ, ਇਹਨਾਂ ਨੇ ਚੰਗੀ ਗੱਲ ਤਾਂ ਕੀਤੀ ਹੈ, ਮਸਲਾ ਉਠਾਇਆ। ਖੈਰ ਉਹਦੇ 'ਚ ਹੋ ਸਕਦਾ ਸ਼੍ਰੋਮਣੀ ਕਮੇਟੀ ਤੇ ਪ੍ਰੈਸ਼ਰ ਵੀ ਪਿਆ ਹੈ ਵੀ ਸਰਕਾਰ ਨੇ ਦਖਲਅੰਦਾਜ਼ੀ ਦਿੱਤੀ ਹੈ, ਚਲੋ ਮੰਨਦੇ ਆ। ਪਰ ਮੈਨੂੰ ਲੱਗਦਾ ਵੀ ਇਹ ਪ੍ਰਭਾਵ ਜਿਹੜਾ ਇਹ ਜਿਹਾ ਮਾੜਾ ਹੈਗਾ ਬਿੱਲਾਂ ਵਾਲਾ, ਮੈਨੂੰ ਲੱਗਦਾ ਗੱਠਜੋੜ ਇੰਡੀਆ ਵਾਲਾ ਤੇ ਐਨਡੀਏ ਵਾਲਾ ਜਦੋਂ ਦਾ ਹੋ ਗਿਆ, ਹੋ ਸਕਦਾ ਉਦੋਂ ਵੀ ਕੜਤਣ ਵਧੇ। ਸੋ ਇਹ ਮੰਦਭਾਗਾ ਜਾ ਰਿਹਾ। ਇਹਦੇ 'ਚ ਪੰਜਾਬ ਦੇ ਲੋਕਾਂ ਦੇ ਨੁਕਸਾਨ ਹੈ ਸੰਧੂ ਸਾਹਿਬ, ਕਿਉਂਕਿ ਅਸਲੀ ਗੱਲਾਂ ਤੋਂ ਫਿਰ ਵੀ ਭੜਕ ਜਾਣਗੇ। ਪਰ ਆਹੀ ਚੱਲਦਾ ਰਹੂਣਾ, ਧਰਨੇ ਲਾਉਣੇ ਸ਼ੁਰੂ ਕਰ ਦੇਣਗੇ ਅਕਾਲੀ ਦਲ। ਪਰ ਇਹ ਦੱਸੋ ਮੈਨੂੰ, ਅਕਾਊਂਟੇਬਿਲਿਟੀ ਕਿਧਰੇ ਹੋਊਗੀ? ਕਿ ਇੱਕ ਸੈਸ਼ਨ ਸੱਦਿਆ ਗਿਆ, 2 ਦਿਨ ਦਾ ਸੈਸ਼ਨ ਸੀ। 1 ਦਿਨ ਦਾ ਸੈਸ਼ਨ ਕਹਿੰਦੇ ਆ 70-80 ਲੱਖ ਰੁਪਇਆ ਲੱਗ ਜਾਂਦਾ। 2 ਦਿਨ ਦਾ ਸੈਸ਼ਨ 1.5 ਕਰੋੜ ਰੁਪਇਆ ਲੱਗ ਗਿਆ। ਉਹਦਾ ਵਿੱਚੋਂ ਨਿਕਲਿਆ ਕੁਝ ਵੀ ਨਾ, ਸਿਰਫ ਬਿਆਨਬਾਜ਼ੀ ਹੋਈ, ਪਬਲਿਸਿਟੀ ਮਿਲੀ। ਕੀ ਇਹ ਪੰਜਾਬ ਵਰਗੀ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਨੀ ਚਾਹੀਦੀ ਹੈ? ਨਹੀਂ ਸੰਧੂ ਸਾਹਿਬ, ਨਹੀਂ। ਜਿਹੜੇ ਮੇਰੇ ਖਿਆਲ ਐਮਰਜੈਂਸੀ ਸੱਦੇ ਜਾਂਦੇ ਤਾਂ ਐਮਰਜੈਂਸੀ ਵਾਸਤੇ ਸੱਦੇ ਜਾਂਦੇ ਜਾਣੀ ਚਾਹੀਦੇ ਮੇਰੇ ਹਿਸਾਬ ਨਾਲ। ਇੱਕ ਨਾਰਮਲ ਗੱਲ ਸੀ, ਬਹਿ ਕੇ ਕਰਨ ਵਾਲੀ ਗੱਲ ਸੀਗੀ, ਲੋਕਾਂ ਦੇ ਸਹਿਯੋਗ ਨਾਲ, ਜਿਵੇਂ ਧਾਰਮਿਕ ਲੋਕ ਚਾਹੁੰਦੇ ਆ ਤੇ ਉਸ ਤਰ੍ਹਾਂ ਹੋ ਜਾਂਦਾ। ਮੇਰੇ ਖਿਆਲ ਐਡਾ ਸਪੈਸ਼ਲ ਸੱਦਣ ਦੀ ਲੋੜ ਨਹੀਂ ਸੀ। ਜੇ ਸਪੈਸ਼ਲ ਸੱਦਣਾ ਸੈਸ਼ਨ ਤਾਂ
ਹੁਣ ਸੱਦੋ ਜਿੱਥੇ ਹੜ੍ਹਾਂ 'ਚ ਜਿੱਥੇ ਐਮਰਜੈਂਸੀ ਆਈ ਹੋਈ ਹੈ, ਇੱਕ ਕਿਸਮ ਦਾ ਡਿਜ਼ਾਸਟਰ ਫੈਲਿਆ ਹੋਇਆ, ਇੱਥੇ ਲੋੜ ਹੈ। ਪਰ ਇੱਥੇ ਵੀ ਕੀ ਲੋੜ ਹੈ ਹਾਲੀ? ਤੇ ਮੇਰੇ ਖਿਆਲ ਜਿਹੜੇ ਹੜ੍ਹ ਆਏ ਆ, ਮੈਨੂੰ ਪਤਾ ਵਾ ਵਿਰੋਧੀ ਧਿਰ ਸਪੈਸ਼ਲ ਸੈਸ਼ਨ ਦੀ ਮੰਗ ਕਰ ਰਿਹਾ, ਪਰ ਇਸ ਵੇਲੇ ਸੈਸ਼ਨ ਦੇ ਵਿੱਚ ਕੀ ਬਣੂਗਾ? ਇਸ ਵੇਲੇ ਤੇ ਲੋਕਾਂ ਕੋਲ ਜਾ ਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਲੋੜ ਆ, ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਲੋੜ ਆ, ਲੋਕਾਂ ਨੂੰ ਚਾਰਾ ਦੇਣ ਦੀ ਲੋੜ ਆ, ਘਰਾਂ ਚੋਂ ਕੱਢਣ ਦੀ, ਪਾਣੀ ਰਾਸ਼ਨ ਪਹੁੰਚਾਉਣ ਦੀ ਲੋੜ ਆ, ਸੁੱਕਾ ਰਾਸ਼ਨ ਦੇਣ ਦੀ ਲੋੜ ਆ। ਸੈਸ਼ਨ ਬੁਲਾਉਣ ਦੀ ਇਸ ਵੇਲੇ ਵੀ ਮੇਰੇ ਖਿਆਲ ਲੋੜ ਨਹੀਂ। ਸ਼ੇਰਗਿੱਲ ਸਾਹਿਬ। ਹਾਂਜੀ ਸੰਧੂ ਸਾਹਿਬ, ਬਾਕੀ ਤੁਹਾਡੀ ਗੱਲ ਆ ਵੀ ਸਹੀ ਆ। ਮੈਂ ਤਾਂ ਉਂਝ ਸੱਚ ਦੀ ਗੱਲ ਕਰਦਾ ਜੀ ਸੱਦਣ, ਪਰ ਇਹਨਾਂ ਨੇ ਤਾਂ ਜੋ ਸੈਸ਼ਨ ਛੱਡੋ ਵੀ ਜਿਹੜਾ ਮਰਜ਼ੀ ਹੋਵੇ, ਭਾਵੇਂ ਲੰਬਾ ਵੀ ਉਹਦੇ 'ਚ ਤਾਂ ਫਿਰ ਵਿਰੋਧ ਝੱਗੇ ਪਾੜ ਕੇ ਬਾਹਰ ਹੀ ਆ ਜਾਣਾ ਇਹਨਾਂ ਨੇ, ਜਾਂ ਵਿਰੋਧ ਦਾ ਆਊਟ ਹੋ ਜਾਣਾ ਕਿ ਵਾਕ ਆਊਟ ਕਰ ਜਾਣਾ ਹੁੰਦਾ, ਜਿਹੜਾ ਕੋਈ ਜੱਜ ਦੀ ਵਿਆਖਿਆ ਕਰਨੀ ਹੁੰਦੀ। ਬਿਲਕੁਲ, ਥੈਂਕ ਯੂ। ਗਲਤ ਬਲਕਿ ਇਹਨਾਂ ਸੈਸ਼ਨਸ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਦਾ, ਉੱਥੇ ਵੀ ਐਵੇਂ ਵਾਕ ਆਊਟ ਤੇ ਨਾਅਰੇਬਾਜ਼ੀ ਹੁੰਦੀ ਆ। ਮੀਨਵਾਈਲ ਦਰਸ਼ਨ ਧਾਲੀਵਾਲ ਸ਼ੇਰਗਿੱਲ ਸਾਹਿਬ ਨਾਲ ਸਹਿਮਤ ਨੇ। ਮਿਸਕੀ ਗੁਪਤਾ ਕਹਿ ਰਹੇ ਨੇ ਬੇਲੋੜੇ ਵਿਵਾਦ ਪੈਦਾ ਕੀਤੇ ਜਾ ਰਹੇ ਨੇ। ਇਹ ਮਿਸਕੀ ਗੁਪਤਾ ਹੋਣਾ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ। ਹਾਂਜੀ ਭਾਈ ਸਾਹਿਬ। ਹੈਲੋ। ਹਾਂਜੀ, ਮੈਂ ਟੋਰਾਂਟੋ ਤੋਂ ਬੋਲਦਾ। ਟੋਰਾਂਟੋ ਤੋਂ ਕੌਣ ਬੋਲ ਰਹੇ ਭਾਈ ਸਾਹਿਬ? ਹਰਜੀਤ ਬੋਲਦਾ। ਹਾਂਜੀ, ਆ ਜੋ ਸਿਚੁਏਸ਼ਨ ਬਣ ਗਈ ਆ ਪੰਜਾਬ ਦੇ ਵਿੱਚ, ਨਵਾਂ ਵਿਸ਼ੇਸ਼ ਸੈਸ਼ਨ ਸੱਦਿਆ ਗਿਆ, ਉਹਦੇ 'ਚ ਬਿੱਲ ਪਾਸ ਕੀਤੇ ਗਏ, ਲੇਕਿਨ ਉਹ ਬਿੱਲ ਠੰਡੇ ਬਸਤੇ 'ਚ ਪੈ ਗਏ। ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੋਗੇ ਤੁਸੀਂ? ਨਹੀਂ, ਬਿੱਲ ਤਾਂ ਠੰਡੇ ਵਾਸਤੇ ਪੈ ਗਏ, ਬਟ ਫਿਰ ਲੋਕਾਂ ਦੀ ਚੁਣੀ ਹੋਈ ਸਰਕਾਰ ਕੀ ਕਰੂਗੀ? ਉਹ ਜੇ ਤੁਸੀਂ ਉਹ ਬਿੱਲ ਨਹੀਂ ਪਾਸ ਕਰਨ ਦੋਗੇ, ਗਵਰਨਰ ਫਿਰ ਗਵਰਨਰ ਸਾਰੀ ਸਟੇਟ ਨੂੰ ਚਲਾਵੇ, ਫਿਰ ਲੋਕਾਂ ਨੂੰ ਕਿਉਂ ਵੋਟਾਂ ਪਾਉਣੇ? ਨਹੀਂ, ਪਰ ਇੱਕ ਸਿਸਟਮ ਵੀ ਤਾਂ ਹੁੰਦਾ ਨਾ ਸੈਸ਼ਨ ਸੱਦਣ ਦਾ ਜਾਂ ਉਹਨੂੰ ਉਠਾਉਣ ਦਾ, ਉਹ ਫੋਲੋ ਨਹੀਂ ਹੋਇਆ। ਇਹ ਗਵਰਨਰ ਸਾਹਿਬ ਦਾ ਕਹਿਣਾ ਵਾ। ਨਹੀਂ, ਸਿਸਟਮ ਤਾਂ ਚਲ ਮੈਂ ਮੰਨਦਾ ਪਿੱਦਾ ਹੋਇਆ, ਪਰ ਫਿਰ ਵੋਟਾਂ ਪਾਉਣ ਦਾ ਕੀ ਫਾਇਦਾ? ਜੇ ਗਵਰਨਰ ਇਹ ਸਾਰਾ ਕੁਝ ਕਰੂਗਾ, ਫਿਰ ਵੋਟਾਂ ਪਾਉਣ ਦਾ ਕੀ ਫਾਇਦਾ? ਪਾ ਕੇ ਤੁਹਾਨੂੰ ਸਾਰੇ ਅਧਿਕਾਰ ਨਹੀਂ ਮਿਲ ਜਾਂਦੇ, ਫਿਰ ਵੀ ਸਿਸਟਮ ਮੁਤਾਬਕ ਤੇ ਚੱਲਣਾ ਹੀ ਪੈਂਦਾ ਨਾ। ਆਫਟਰ ਆਲ ਸੈਸ਼ਨ ਦੀ ਨਵੇਂ ਇਜਲਾਸ ਸੱਦਣ ਦੀ, ਸਪੈਸ਼ਲ ਇਜਲਾਸ ਸੱਦਣ ਦੀ ਪਰਮਿਸ਼ਨ ਚਾਹੀਦੀ ਆ, ਤੁਸੀਂ ਉਹ ਪਰਮਿਸ਼ਨ ਲਈ ਨਹੀਂ, ਬਜਟ ਸੈਸ਼ਨ ਨੂੰ ਹੀ ਐਕਸਟੈਂਡ ਕਰਤਾ। ਸੋ ਇਹਦੇ 'ਚ ਕਾਨੂੰਨੀ ਵੈਧਤਾ ਨਹੀਂ, ਸ਼ਾਇਦ ਇਹ ਰਾਜਪਾਲ ਕਹਿ ਰਿਹਾ ਭਾਈ ਸਾਹਿਬ। ਹਾਂਜੀ, ਉਹ ਰਾਜਪਾਲ ਤਾਂ ਕਹਿ ਰਿਹਾ, ਰਾਜਪਾਲ ਜਿਹੜਾ ਗਵਰਨਰ ਸੈਂਟਰ ਦਾ, ਉਹ ਇਹ ਪੰਜਾਬ ਦਾ ਕੀ ਮਤਲਬ ਉਹਦੇ ਨਾਲ? ਓਕੇ, ਸੋ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਵਾ ਉਹਨੂੰ ਪੂਰੇ ਅਧਿਕਾਰ ਹੋਣੇ ਚਾਹੀਦੇ ਆ, ਜਿਸ ਤਰ੍ਹਾਂ ਮਰਜ਼ੀ ਚਲਾਵੇ, ਜਿੱਦਾਂ ਮਰਜ਼ੀ ਸੈਸ਼ਨ ਸੱਦੇ ਨਾ ਸੱਦੇ, ਔਰ ਜੋ ਮਰਜ਼ੀ ਬਿੱਲ ਪਾਸ ਕਰਦੇ। ਇਹ ਭਾਈ ਸਾਹਿਬ ਦਾ ਕਹਿਣਾ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ। ਪਾਲੀ ਗਿੱਦਰਬਾ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਉਹ ਕਹਿ ਰਹੇ ਨੇ ਭਾਜਪਾਈ ਗਵਰਨਰ ਇਕੱਲਾ ਪੰਜਾਬ ਨੂੰ ਨਹੀਂ, ਜਿੱਥੇ ਵੀ ਹਨ ਸਾਰੇ ਰਾਜਾਂ ਨੂੰ ਟਿੰਡੀ ਵਾਲੇ ਬੀ ਤੇ ਚੜਾਇਆ ਹੋਇਆ, ਕੋਈ ਹੋਰ ਕੋਈ ਮਸਲਾ ਨਹੀਂ। ਪਾਲੀ ਗਿੱਦਰਬਾ ਜੀ ਉਹ ਠੀਕ ਆ, ਗਵਰਨਰ ਤੇ ਆਫਟਰ ਆਲ ਉੱਥੋਂ ਦਿੱਲੀ ਤੋਂ ਹੀ ਲੱਗਦੇ ਆ, ਪਰ ਕਹਿਣ ਦਾ ਭਾਵ ਆ ਵੀ ਗਵਰਨਰ ਨੂੰ ਮੌਕਾ ਨਾ ਦਈਏ ਜੇ ਆਪਾਂ ਆਪਣਾ ਸਿਸਟਮ ਫੋਲੋ ਕਰੀਏ। ਸੋ ਜੇ ਆਪਾਂ ਸਿਸਟਮ ਇੱਥੇ ਫੋਲੋ ਕਰਦੇ ਹੁੰਦੇ ਤੇ ਸ਼ਾਇਦ ਆਪਾਂ ਰਾਜਪਾਲ ਨੂੰ ਮੌਕਾ ਨਹੀਂ ਸੀ ਦੇਣਾ ਦਖਲ ਦੇਣ ਦਾ, ਜੋ ਆਪਾਂ ਹੁਣ ਇਸ ਵੇਲੇ ਦੇ ਰਹੇ ਹਾਂ। ਮੀਨਵਾਈਲ ਜੱਸੀ ਕੁਲਾਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਮੈਂ ਫਿਰ ਦੱਸ ਦੇਵਾਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਿਆ ਗਿਆ ਸੀ ਜੂਨ 19 ਤੇ 20, ਉਹਦੇ 4 ਬਿੱਲ ਪਾਸ ਹੋਏ ਸੀ। ਉਹ ਚਾਰੇ ਬਿੱਲ ਜਿਹੜੇ ਨੇ ਉਹਨਾਂ ਨੂੰ ਹਾਲੇ ਤੱਕ ਮਾਨਤਾ ਨਹੀਂ ਮਿਲੀ। ਸਿਸਟਮ ਇਹ ਹੁੰਦਾ ਕਿ ਜਦੋਂ ਬਿੱਲ ਪਾਸ ਹੁੰਦੇ ਨੇ ਉਹ ਰਾਜਪਾਲ ਕੋਲ ਜਾਂਦੇ ਨੇ ਮਾਨਤਾ ਵਾਸਤੇ, ਅਪਰੂਵਲ ਵਾਸਤੇ, ਲੇਕਿਨ ਰਾਜਪਾਲ ਨੇ ਹਾਲੇ ਤੱਕ ਉਹਨਾਂ ਦੀ ਅਪਰੂਵਲ ਨਹੀਂ ਦਿੱਤੀ। ਔਰ 3-4 ਦਿਨ ਪਹਿਲਾਂ ਮੁੱਖ ਮੰਤਰੀ ਨੇ ਚਿੱਠੀ ਲਿਖੀ ਰਾਜਪਾਲ ਨੂੰ ਕਿ ਜਿਹੜਾ ਗੁਰਬਾਣੀ ਵਾਲਾ ਬਿੱਲ ਹੈ ਉਹਨੂੰ ਮਾਨਤਾ ਦਿੱਤੀ ਜਾਵੇ, ਕਿਉਂਕਿ ਓਬਵੀਅਸਲੀ ਗੁਰਬਾਣੀ ਦੀ ਜਿਹੜੀ ਟੈਨਿਓਰ ਹੈ ਉਹ ਖਤਮ ਹੋ ਰਹੀ ਸੀ, ਜਿਹੜੀ ਇਸ ਵੇਲੇ ਇੱਕ ਨਿੱਜੀ ਚੈਨਲ ਨੂੰ ਟੈਲੀਕਾਸਟ ਕਰਨ ਦੀ ਪਰਮਿਸ਼ਨ ਮਿਲੀ ਹੋਈ ਆ। ਗਵਰਨਰ ਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜਾ ਤੁਸੀਂ ਸੈਸ਼ਨ ਸੱਦਿਆ ਸੀ ਉਹ ਵੈਧ ਹੀ ਨਹੀਂ ਸੀ, ਉਹ ਗੈਰ ਕਾਨੂੰਨੀ ਸੀ। ਸੋ ਉਹਦੇ ਜੋ ਵੀ ਕੰਮਕਾਜ ਹੋਇਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਵਾ, ਉਹ ਅਟਾਰਨੀ ਜਨਰਲ ਆਫ ਇੰਡੀਆ ਦੀ ਰਾਏ ਲੈ ਰਹੇ ਨੇ। ਔਰ ਵੈਸੇ ਵੀ ਇਹ ਜਿਹੜੇ ਬਿੱਲ ਪਾਸ ਹੋਏ ਨੇ 4 ਬਿੱਲ, ਇਹ ਚਾਰੇ ਬਿੱਲ ਰਾਸ਼ਟਰਪਤੀ ਨੂੰ ਭੇਜੇ ਜਾ ਰਹੇ। ਚਾਰਾਂ ਦੇ ਵਿੱਚੋਂ 3 ਬਹੁਤ ਵਿਵਾਦਕ ਬਿੱਲ ਨੇ। ਇੱਕ ਤਾਂ ਇਹੋ ਹੀ ਆ ਗੁਰਬਾਣੀ, ਇਹਦੀ ਜਿਹੜੀ ਪਰਮਿਸ਼ਨ ਆ, ਇਹਨੂੰ ਟੈਲੀਕਾਸਟ ਕਰਨ ਦੀ ਜਿਹੜੀਆਂ ਰਾਈਟਸ ਨੇ ਉਹ ਸਾਰੇ ਚੈਨਲਸ ਨੂੰ ਮਿਲਣੇ ਚਾਹੀਦੇ, ਨਾ ਕਿ ਇੱਕ ਚੈਨਲ ਨੂੰ। ਇਹ ਬੜਾ ਮਸਲਾ ਜਿਹੜਾ ਵਾ ਆਲਮੋਸਟ 21-22 ਸਾਲ ਤੋਂ ਚੱਲ ਰਿਹਾ। ਦੂਜਾ ਹੈ ਯੂਨੀਵਰਸਿਟੀਆਂ ਦਾ ਜਿਹੜਾ ਚਾਂਸਲਰ ਆ ਉਹ ਰਾਜਪਾਲ ਨਹੀਂ, ਮੁੱਖ ਮੰਤਰੀ ਹੋਣਾ ਚਾਹੀਦਾ। ਤੀਜਾ DGP ਦੀ ਨਿਯੁਕਤੀ ਵਾਸਤੇ UPSC ਨੂੰ ਪੈਨਲ ਭੇਜਣ ਦੀ ਲੋੜ ਨਹੀਂ, ਸਟੇਟ ਆਪਣੇ ਆਪ ਹੀ DGP ਦੀ ਨਿਯੁਕਤੀ ਕਰ ਲਵੇ। ਇਹ ਬੜੇ ਕੰਟਰੋਵਰਸ਼ੀਅਲ ਬਿਲਸ ਨੇ ਔਰ ਇਹ ਤਿੰਨੇ ਹੀ ਇਸ ਵੇਲੇ ਠੰਡੇ ਬਸਤੇ 'ਚ ਪਏ ਹੋਏ ਨੇ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਜੇ
ਸੈਸ਼ਨ ਕੰਪਲੀਟ ਨਹੀਂ ਸੀ ਤੇ ਗਵਰਨਰ ਨੇ ਬਜਟ ਬਿੱਲ ਨੂੰ ਕਿਉਂ ਅਪਰੂਵ ਕੀਤਾ? ਸਤਨਾਮ ਸਿੰਘ ਧਾਮੀ ਜੀ, ਸਿਸਟਮ ਇਹ ਹੁੰਦਾ ਵਾ ਕਿ ਜਦੋਂ ਬਜਟ ਪਾਸ ਹੋ ਜਾਂਦੀ ਆ ਤੇ ਉਹ ਕਿਉਂਕਿ ਸਰਕਾਰ ਸਟੇਟ ਚੱਲਣੀ ਹੁੰਦੀ ਆ, ਖਰਚੇ ਕਰਨੇ ਹੁੰਦੇ ਆ, ਉਹਨੂੰ ਅਪਰੂਵਲ ਮਿਲ ਜਾਂਦੀ ਆ। ਫਿਰ ਨੋਰਮਲੀ 2-4 ਹਫ਼ਤੇ 10 ਦਿਨ ਦੇ ਵਿੱਚ ਉਹਨੂੰ ਫਿਰ ਪ੍ਰੋਰੋਗ ਕਰਤਾ ਜਾਂਦਾ ਉਸ ਸੈਸ਼ਨ ਨੂੰ। ਕਈ ਵਾਰ ਹੁੰਦਾ ਨਾ ਵੀ ਇੱਕਦਮ ਕੋਈ ਮਸਲਾ ਰਹਿ ਗਿਆ ਤੇ ਦੁਬਾਰਾ ਸੱਦਣ ਦੀ ਲੋੜ ਆ, ਤੇ ਜੇ ਨਹੀਂ ਤੇ ਫਿਰ ਉਹਨੂੰ ਪ੍ਰੋਰੋਗ ਕਰਤਾ ਜਾਂਦਾ। ਲੇਕਿਨ ਇਸ ਕੇਸ ਦੇ ਵਿੱਚ ਬਜਟ ਸੈਸ਼ਨ ਕੰਪਲੀਟ ਹੋਣ ਤੋਂ ਬਾਅਦ ਵੀ ਉਹਨੂੰ ਚੱਲਦਾ ਰਹਿਣ ਦਿੱਤਾ, ਔਰ ਫਿਰ ਜਦੋਂ ਕੁਝ ਹੋਰ ਕੰਮ ਕਰਨਾ ਸੀ ਤੇ ਉਸੇ ਹੀ ਸੈਸ਼ਨ ਦੀ ਐਕਸਟੈਂਸ਼ਨ ਦੇ ਵਿੱਚ ਹੀ ਤੁਸੀਂ ਬਾਕੀ ਕੰਮ ਇੱਕ ਵਿਸ਼ੇਸ਼ ਸੈਸ਼ਨ ਸੱਦ ਕੇ ਬਾਕੀ ਕੰਮ ਕਰ ਲਏ। ਸੋ ਇਹਦੀ ਵੈਸੇ ਇਹਦੇ ਤੇ ਕਾਨੂੰਨ ਜਿਹੜਾ ਵਾ ਉਹ ਸਾਇਲੈਂਟ ਆ, ਇਹ ਗ੍ਰੇ ਏਰੀਆ ਵਾ ਜਿਹਦਾ ਪੰਜਾਬ ਸਰਕਾਰ ਨੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਔਰ ਜਿਹਦੇ ਉੱਪਰ ਰਾਜਪਾਲ ਹੁਣ ਆਬਜੈਕਸ਼ਨ ਕਰ ਰਹੇ ਆ। ਮੀਨਵਾਈਲ ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਗਵਰਨਰ ਹੈ 17 ਸਾਲ ਤੋਂ ਦਿੱਲੀ ਤੋਂ ਹੀ ਲੱਗਦਾ 70 ਸਾਲ ਤੋਂ ਦਿੱਲੀ ਤੋਂ ਹੀ ਲੱਗਦਾ ਆ ਰਿਹਾ ਵਾ। ਮਲੂਕ ਜੋਸ਼ਨ ਕਹਿ ਰਹੇ ਨੇ ਕਿ ਪੰਜਾਬ ਗਵਰਨਮੈਂਟ ਨੇ ਪ੍ਰੋਪਰ ਸਿਸਟਮ ਫੋਲੋ ਕੀਤਾ ਔਰ ਗਵਰਨਰ ਬੇਲੋੜਾ ਉਹਦੇ ਵਿੱਚ ਹਰਡਲਸ ਕ੍ਰੀਏਟ ਕਰ ਰਹੇ ਨੇ, ਆਬਸਟੀਕਲਸ ਕ੍ਰੀਏਟ ਕਰ ਰਹੇ ਨੇ, ਦਿੱਕਤਾਂ ਕ੍ਰੀਏਟ ਕਰ ਰਹੇ ਨੇ। ਗਵਰਨਰ ਨੂੰ ਵਾਪਸ ਭੇਜ ਦੇਣਾ ਚਾਹੀਦਾ ਵਾ ਔਰ ਪੰਜਾਬ ਸਰਕਾਰ ਨੂੰ ਆਪਣਾ ਕੰਮਕਾਜ ਕਰਨ ਦੇਣਾ ਚਾਹੀਦਾ। ਇਹ ਮਲੂਕ ਜੋਸ਼ਨ ਦਾ ਵਿਚਾਰ ਆ। ਦਰਸ਼ਨ ਧਾਲੀਵਾਲ ਦਾ ਹੁਣੇ ਕਮੈਂਟ ਆਇਆ ਵਾ ਕਿ ਰਾਜਪਾਲ ਸਾਹਿਬ ਨੂੰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣੀ ਚਾਹੀਦੀ ਆ। ਪ੍ਰਗਟ ਸਿੰਘ ਬੱਲ ਦਾ ਵਿਚਾਰ ਆ ਕਿ ਇਸ ਨੂੰ ਕਹਿੰਦੇ ਆ ਟਿੰਡ 'ਚ ਕਾਨਾ ਪਾਉਣਾ, ਟਿੰਡ 'ਚ ਕਾਨਾ ਪਾਉਣਾ। ਇਹ ਪ੍ਰਗਟ ਬੱਲ ਸਾਡੇ ਨਾਲ ਜੁੜ ਕੇ ਉਹਨਾਂ ਨੇ ਵਿਚਾਰ ਦਿੱਤਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਸਰ, ਮੈਂ ਸਤਵਿੰਦਰ ਕੋਤਰਾ ਗੱਲ ਕਰ ਰਿਹਾ। ਹਾਂਜੀ ਕੋਤਰਾ ਜੀ। ਜੀ ਹਾਂਜੀ, ਮੈਂ ਇੱਕ ਛੋਟੀ ਜੀ ਉਦਾਹਰਨ ਦੇਣਾ ਚਾਹੁੰਦਾ। ਇੰਸ਼ੋਰੈਂਸ ਕੰਪਨੀ ਇੱਕ ਮਦਰ ਦੇ ਆਪਰੇਸ਼ਨ ਦੀ ਪਾਲਿਸੀ ਅਪਰੂਵ ਨਹੀਂ ਕਰਦੀ ਹੈ ਕਿ ਜਿਸ ਤਰ੍ਹਾਂ ਉਹਦਾ ਆਪਰੇਸ਼ਨ ਦਾ ਕਾਸਟ ਕਵਰ ਕਰੇ। ਉਹਦੇ 'ਚ ਰੀਜ਼ਨ ਇਹ ਦਿੰਦੀ ਹੈ ਕਿ ਨੋ ਸਮੋਕਿੰਗ ਅਲਾਉਡ ਨਹੀਂ ਕਰ ਸਕਦੇ, ਔਰ ਕਿਤੇ ਉਹ ਪਿਕਚਰ ਏਦਾਂ ਕੱਢ ਕੇ ਉਹਨਾਂ ਦੇ ਅਟਾਰਨੀ ਦਿਖਾ ਦਿੰਦੇ ਨੇ ਕਿ ਆਹ ਦੇਖੋ ਜੀ ਇਹਨੇ ਤੇ ਕਿਸੇ ਪਿਕਚਰ ਦੇ ਵਿੱਚ ਸਿਗਰਟ ਫੜੀ ਹੋਈ ਹੈ, ਔਰ ਜਦਕਿ ਉਹ ਕਹਿੰਦੀ ਕਿ ਨਹੀਂ ਇਹ ਤੇ ਏਦਾਂ ਦਿਖਾਉਣ ਵਾਸਤੇ ਕੀਤੀ ਜੀ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਬੰਦੇ ਨੇ ਟੜੰਗੀ ਹਟਾਣੀ ਹੈ ਉਹਨੇ ਕਰਨਾ ਹੀ ਕਰਨਾ ਇਹ ਚੀਜ਼ ਹੈ, ਔਰ ਇਹ ਸਾਰੇ ਹੀ ਮੋਦੀ ਗਵਰਨਮੈਂਟ ਦੇ ਜਿੰਨੇ ਰਾਜਪਾਲ ਵਗੈਰਾ ਨੇ ਸਭ ਜਗ੍ਹਾ ਕਰਦੇ ਪਏ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਪਰਮਿਸ਼ਨ ਕਿਉਂ ਨਹੀਂ ਲਿੱਤੀ। ਫਾਰਮਸ ਲਾ ਜਦੋਂ ਚੱਲਦੇ ਪਏ ਸੀ ਕਾਫੀ ਸਟੇਟਸ ਅਸੈਂਬਲੀਜ਼ ਨੇ ਉਹਨਾਂ ਨੂੰ ਸੈਸ਼ਨ ਬੁਲਾ ਕੇ ਰੱਦ ਕੀਤਾ। ਕੇਰਲਾ ਦੀ ਗਵਰਨਮੈਂਟ ਨੇ ਵੀ ਏਦਾਂ ਕਰਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਦੇ ਜੋ ਗਵਰਨਰ ਸਨ ਮੁਹੰਮਦ ਆਰਿਫ ਉਹਨਾਂ ਪਰਮਿਸ਼ਨ ਨਹੀਂ ਦਿੱਤੀ। ਕਿ ਜਦੋਂ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਸਾਨੂੰ ਅਸੀਂ ਨਹੀਂ ਕੁਝ ਕਰਨਾ, ਤੇ ਉਸ ਪੰਜਾਬ ਸਰਕਾਰ ਨੂੰ ਵੀ ਪਤਾ ਸੀ ਕਿ ਇਹ ਚੀਜ਼ ਸ਼ਾਇਦ ਇਹਨਾਂ ਨੇ ਨਹੀਂ ਦੇਣੀ, ਇਸ ਕਰਕੇ ਉਹਨਾਂ ਨੇ ਦੱਸਿਆ ਨਹੀਂ ਸੀ ਕਿ ਅਸੀਂ ਕਿਸ ਕਰਕੇ ਸੈਸ਼ਨ ਬੁਲਾਉਣਾ ਚਾਹ ਰਹੇ ਹਾਂ। ਤੇ ਹੁਣ ਦੇਖੋ ਗਵਰਨਰ ਦਾ ਮਤਲਬ ਕੀ ਹੈ ਇਸ ਚੀਜ਼ ਨੂੰ ਕਰਨ ਦਾ? ਗਵਰਨਰ ਦਾ ਤਾਂ ਕੰਮ ਇਹੀ ਹੁੰਦਾ ਨਾ ਕਨਸਟੀਟਿਊਸ਼ਨ ਵੈਲਿਊ ਨੂੰ ਹੋਲਡ ਕਰਨਾ। ਅਗਰ ਕੋਈ ਅਨਕਨਸਟੀਟਿਊਸ਼ਨਲ ਚੀਜ਼ ਹੈ ਤੇ ਉਸ ਚੀਜ਼ ਦੇ ਉੱਤੇ ਉਹਨੇ ਕਰਨਾ। ਇਹਦੇ ਵਿੱਚ ਗਵਰਨਰ ਐਵੇਂ ਅੜਿੱਕਾ ਪਾ ਰਿਹਾ ਗਵਰਨਰ, ਇਹ ਤੁਹਾਡਾ ਕਹਿਣ ਦਾ ਵਿਚਾਰ ਹੈ? ਨਹੀਂ ਤੁਸੀਂ ਸੋਚੋ, ਤੁਸੀਂ ਉਹਨੂੰ ਉਹਦਾ ਪਰਪਸ ਕੀ ਅਚੀਵ ਹੋ ਰਿਹਾ? ਕੁਝ ਨਹੀਂ ਅਚੀਵ ਹੋ ਰਿਹਾ, ਸਿਰਫ ਗਵਰਨਮੈਂਟ ਨੂੰ ਐਮਬੈਰਸ ਕਰਨਾ ਚਾਹ ਰਿਹਾ ਤਾਂ ਕਿ ਏਦਾਂ ਮੀਡੀਆ ਦੇ ਵਿੱਚ ਜਦੋਂ ਹੁਣ ਤੁਸੀਂ ਪੂਰੀ 5-10 ਮਿੰਟ ਦੀ ਕਨਵਰਸੇਸ਼ਨ ਵਿੱਚ ਤੁਸੀਂ ਗਵਰਨਰ ਦਾ ਇੱਕ ਫਾਲਟ ਨਹੀਂ ਲੱਭਿਆ, ਤੁਸੀਂ ਚੁਣੀ ਹੋਈ ਗਵਰਨਮੈਂਟ ਦਾ ਤੁਸੀਂ ਫਾਲਟ ਲੱਭ ਰਹੇ ਕਿ ਇਹਨਾਂ ਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ। ਨਹੀਂ ਕੋਤਰਾ ਜੀ, ਮੈਂ ਵਿਧਾਨ ਸਭਾ ਦਾ ਮੈਂਬਰ ਰਿਹਾ ਵਾਂ। ਵਿਧਾਨ ਸਭਾ ਦਾ ਇੱਕ ਸਿਸਟਮ ਆ, ਉਹ ਸਿਸਟਮ ਤੇ ਫੋਲੋ ਕਰਨਾ ਪੈਂਦਾ ਨਾ। ਆਫਟਰ ਆਲ ਜਦੋਂ ਸੈਸ਼ਨ ਖਤਮ ਹੋ ਜਾਂਦਾ ਉਹਨੂੰ ਪ੍ਰੋਰੋਗ ਕਰਨਾ ਹੁੰਦਾ ਵਾ। ਤੁਸੀਂ ਬਿਨਾਂ ਪ੍ਰੋਰੋਗ ਕੀਤੇ ਤੁਸੀਂ ਸਾਰਾ ਸਾਲ ਸੈਸ਼ਨ ਨਹੀਂ ਚੱਲਣ ਦਿੰਦੇ, ਪਰਮਿਸ਼ਨ ਨਹੀਂ ਦੇ ਸਕਦੇ। ਫਿਰ ਤੇ ਸਿਸਟਮ ਹੀ, ਫਿਰ ਤੇ ਅਗਲੇ ਸਾਲ ਦਾ ਵੀ ਸੈਸ਼ਨ ਪਿਛਲੇ ਸਾਲ ਦੀ ਕੰਟੀਨਿਊਸ਼ਨ ਕਰ ਦਿਓ। ਗਵਰਨਰ ਦੇ ਰਾਜਪਾਲ ਦੇ ਭਾਸ਼ਣ ਦੀ ਵੀ ਲੋੜ ਨਹੀਂ। ਫਿਰ ਤੇ ਆਪਾਂ ਤਾਂ ਯਾਦ ਹੈ ਫਿਰ ਕਨਸਟੀਟਿਊਸ਼ਨ ਦੁਬਾਰਾ ਲਿਖ ਲਿਆ ਨਾ। ਫਿਰ ਦੇਖੋ ਜੋ ਤੁਸੀਂ ਕਹਿ ਰਹੇ ਹੋ ਉਹਦੇ 'ਚ ਵੀ ਲੂਪ ਹੋਲ ਹੈ ਔਰ ਜੋ ਗਵਰਨਰ ਕਰ ਰਹੇ ਉਹ 'ਚ ਵੀ ਲੂਪ ਹੋਲ ਹੈ। ਹੁਣ ਸਰਕਾਰ ਨੂੰ ਪਤਾ ਸੀ ਕਿ ਗਵਰਨਰ ਨੇ ਕੁਛ ਨਾ ਕੁਛ ਕਰਨਾ ਹੈ, ਜਾਂ ਸਾਨੂੰ ਅਗਲੀ ਵਾਰੀ ਕਦੀ ਬੁਲਾਣਾ ਪੈ ਗਿਆ ਤਾਂ ਸ਼ਾਇਦ ਸਾਨੂੰ ਪਰਮਿਸ਼ਨ ਨਾ ਦੇ। ਇਸ ਕਰਕੇ ਦੇਖੋ ਸਾਲ ਦੇ ਵਿੱਚ 3 ਸੈਸ਼ਨ ਮਿਲਦੇ ਆ ਸੰਵਿਧਾਨ ਮੁਤਾਬਕ, ਉਹ ਸੱਦਣੇ ਹੀ ਹੁੰਦੇ ਆ। ਉਹਦੀ ਪਰਮਿਸ਼ਨ ਰਾਜਪਾਲ ਨੂੰ ਦੇਣੀ ਪੈਂਦੀ ਆ। ਬਜਟ ਸੈਸ਼ਨ, ਮੌਨਸੂਨ ਸੈਸ਼ਨ, ਵਿੰਟਰ ਸੈਸ਼ਨ, ਉਹਦੇ 'ਚ ਗਵਰਨਰ ਨਹੀਂ ਰੋਕ ਸਕਦਾ। ਲੇਕਿਨ ਸਪੈਸ਼ਲ ਸੈਸ਼ਨ ਵਾਸਤੇ ਕੋਈ ਵੈਲਿਡ ਰੀਜ਼ਨ ਹੋਣਾ ਚਾਹੀਦਾ। ਤੁਸੀਂ ਇੱਕ ਬਜਟ ਸੈਸ਼ਨ ਨੂੰ ਐਕਸਟੈਂਡ ਕਰਕੇ ਉਹਨੂੰ ਸਪੈਸ਼ਲ ਸੈਸ਼ਨ ਟਰਨ ਕਰ ਦਿਓ। ਇਹਦੇ ਉੱਪਰ ਗਵਰਨਰ ਆਬਜੈਕਟ ਕਰ ਰਿਹਾ ਵਾ। ਇਹ ਜ਼ਰੂਰ ਠੀਕ ਆ
कि ਜਿਹੜਾ ਇਹ ਬਿੱਲ ਪਾਸ ਹੋਇਆ ਵਾ ਭਾਵੇਂ ਉਹਨੂੰ ਅਪਰੂਵਲ ਮਿਲਿਆ ਨਹੀਂ ਮਿਲਿਆ ਉਹਦੇ ਕਰਕੇ ਐਸਜੀਪੀਸੀ ਤੇ ਪ੍ਰੈਸ਼ਰ ਜ਼ਰੂਰ ਪਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਇਹਦੀ ਵੈਧਤਾ ਜਿਹੜੀ ਆ, ਕਾਨੂੰਨੀ ਵੈਧਤਾ ਜਿਹੜੀ ਆ, ਉਹਦੇ ਉੱਪਰ ਆਬਜੈਕਸ਼ਨਸ ਆਏ ਆ। ਥੈਂਕ ਯੂ। ਅਸੈਂਬਲੀ ਦੀ ਨਹੀਂ ਗੱਲ ਪੂਰੀ ਕਰ ਲੈਣ, ਅਸੈਂਬਲੀ ਦੀ ਰਿਕੁਐਸਟ ਇਜ਼ ਨਾਟ ਗੁੱਡ ਐਨਫ ਟੂ ਕਾਲ ਅ ਸੈਸ਼ਨ। नो 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 नहीं 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 ये ਰਾਜਪਾਲ ਦਾ ਅਧਿਕਾਰ ਖੇਤਰ ਹੈ। 100% ਰਾਜਪਾਲ ਦੇ ਸਾਰੇ ਅਧਿਕਾਰ ਖੇਤਰ ਨੇ, ਪਰ ਉਹਦੇ ਵਿੱਚ ਇੱਕ ਰਾਈਟ ਇਹ ਆ ਜਾਂਦਾ ਹੈ ਕਿ ਚੁਣੀ ਹੋਈ ਗਵਰਨਮੈਂਟ ਨੂੰ ਵੀ ਰਾਈਟ ਨੇ। ਬਿਲਕੁਲ ਰਾਈਟ ਹੈ ਜੀ, ਰਾਈਟ ਹੈ, ਪਰ ਇਸ ਸਿਸਟਮ ਦੇ ਤਹਿਤ ਹੀ ਰਾਈਟ ਹੈ ਨਾ, ਅਨਫੈਟਡ ਰਾਈਟ ਨਹੀਂ ਹੈ। ਇਹ ਤੁਸੀਂ ਅਗਰ ਪਿਛਲੀਆਂ ਕੁਝ 4-5 ਸਾਲ ਪਹਿਲੇ ਸੁਪਰੀਮ ਕੋਰਟ ਦੀ ਜਜਮੈਂਟਸ ਵਗੈਰਾ ਦੇਖੋਗੇ, ਇਹਨਾਂ ਦੇ ਉੱਤੇ ਗਵਰਨਰਸ ਵਗੈਰਾ ਨੂੰ ਡਾਂਟ ਲੱਗ ਚੁੱਕੀ ਹੈ। ਰਾਜ ਸਰਕਾਰਾਂ ਨੂੰ ਵੀ ਲੱਗੀ ਭਾਈ ਸਾਹਿਬ, ਰਾਜ ਸਰਕਾਰਾਂ ਨੂੰ ਵੀ ਲੱਗੀ ਆ, ਇਹ ਨਹੀਂ ਗੱਲ। ਡਾਂਟ ਤੇ ਦੋਵੇਂ ਪਾਸੇ ਲੱਗੀ ਹੈ, ਡਾਂਟ ਤੇ ਦੋਵੇਂ ਪਾਸੇ ਲੱਗੀ ਹੈ, ਇਹ 'ਚ ਕੋਈ ਸ਼ੱਕ ਨਹੀਂਗਾ। ਸੋ ਡਾਂਟ ਤੇ ਦੋਵੇਂ ਪਾਸੇ ਲੱਗੀ ਹੈ, ਪਰ ਮੇਰਾ ਕਹਿਣ ਦਾ ਭਾਵ ਆ ਵੀ ਤੁਸੀਂ ਜੇ ਕੋਈ ਸਪੈਸ਼ਲ ਸੈਸ਼ਨ ਸੱਦਣਾ ਸੀ ਤੇ ਉਹਦਾ ਇੱਕ ਵੈਲਿਡ ਰੀਜ਼ਨ ਦੇ ਕੇ, ਹੁਣ ਜਿਵੇਂ ਬਿੱਲ 4 ਬਿੱਲ ਪਾਸ ਕੀਤੇ ਤੁਸੀਂ, ਹੁਣ ਮੌਨਸੂਨ ਸੈਸ਼ਨ ਤੱਕ ਪਹੁੰਚ ਗਏ ਤੁਸੀਂ, ਤੇ ਮੌਨਸੂਨ ਸੈਸ਼ਨ ਦੇ ਵਿੱਚ ਹੀ ਪਾਸ ਕਰ ਦਿੰਦੇ। ਇੱਕ ਸਪੈਸ਼ਲ ਸੈਸ਼ਨ ਸੱਦਿਆ, ਸਪੈਸ਼ਲ ਪੈਸੇ ਦੀ ਵੀ ਦੁਰਵਰਤੋਂ ਹੋਈ, ਔਰ ਉਹਦਾ ਕੋਈ ਫਾਇਦਾ ਤੇ ਹੋਇਆ ਨਾ ਕੋਈ। ਅਗਰ ਨਹੀਂ ਪਰਮਿਸ਼ਨ ਦਿੰਦੇ, ਹਾਂਜੀ, ਅਗਰ ਨਹੀਂ ਪਰਮਿਸ਼ਨ ਦਿੰਦੇ, ਮੌਨਸੂਨ ਸੈਸ਼ਨ ਦੀ ਪਰਮਿਸ਼ਨ ਦੇਣੀ ਪੈਣੀ ਸੀਗੀ। ਮੌਨਸੂਨ ਦੀ ਦੇਣੀ ਪੈਣੀ ਸੀ ਨਾ, ਸਪੈਸ਼ਲ ਦੀ ਨਹੀਂ ਸੀ ਦੇਣੀ ਪੈਂਦੀ। ਉਹ ਕਈ ਚੀਜ਼ਾਂ ਜਿਵੇਂ ਪਹਿਲੇ ਵੀ ਕਾਲਰ ਕਹਿ ਕੇ ਗਏ ਨੇ, ਮੌਨਸੂਨ ਸੈਸ਼ਨ ਜਦ ਲੇਟ ਹੋ ਜਾਣਾ ਸੀ, ਪੰਜਾਬ ਸਰਕਾਰ ਨੂੰ ਲੱਗ ਰਿਹਾ ਸੀ ਕਿ ਐਸਜੀਪੀਸੀ ਸ਼ਾਇਦ ਉਹ ਤੋਂ ਪਹਿਲੇ ਜੁਲਾਈ ਦੇ ਵਿੱਚ ਉਹਨਾਂ ਦੀ ਖਤਮ ਹੋ ਜਾਣੀ, ਪਰ ਉਹ ਐਸਜੀਪੀਸੀ ਦੇ ਉੱਤੇ ਤੇ ਅਸਰ ਹੀ ਕੋਈ ਨਹੀਂ ਭਾਈ ਸਾਹਿਬ, ਉਹ ਤੇ ਐਸਜੀਪੀਸੀ ਨੇ ਫੈਸਲਾ ਲੈਣਾ ਵਾ। ਉਹ ਪੰਜਾਬ ਸਰਕਾਰ ਨਹੀਂ ਕਹਿ ਸਕਦੀ ਵੀ ਤੁਸੀਂ ਇਹਨੂੰ ਕਰੋ ਜਾਂ ਨਾ ਕਰੋ, ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਉਹ, ਠੀਕ ਆ। ਇਹਦੇ ਨਾਲ ਇੱਕ ਪਬਲਿਕ ਪ੍ਰੈਸ਼ਰ ਜ਼ਰੂਰ ਬਣਦਾ ਵਾ, ਔਰ ਪਬਲਿਕ ਪ੍ਰੈਸ਼ਰ ਤੁਹਾਨੂੰ ਪਤਾ ਹੈ 20-22 ਸਾਲ ਤੋਂ ਇੱਕ ਪ੍ਰੈਸ਼ਰ ਪੈ ਰਿਹਾ ਵਾ। ਅਸੀਂ ਵੀ ਪ੍ਰੈਸ਼ਰ ਪਾਉਂਦੇ ਰਹੇ ਹਾਂ ਵੀ ਇਹ ਜਿਹੜਾ ਚੈਨਲ ਆ, ਇਹਦੇ ਅਧਿਕਾਰ ਆ ਗੁਰਬਾਣੀ ਦੇ, ਸਾਰਿਆਂ ਨੂੰ ਮਿਲਣੇ ਚਾਹੀਦੇ। ਖੈਰ ਖੋਥਰਾ ਜੀ, ਥੈਂਕ ਯੂ। ਇੱਕ ਵੱਖਰਾ ਵਿਊ ਆਇਆ ਵਾ, ਔਰ ਸ਼ਾਇਦ ਕਾਫੀ ਲੋਕ ਇਸ ਵਿਊ ਨਾਲ ਸਹਿਮਤ ਵੀ ਨੇ ਕਿ ਗਵਰਨਰ ਬਿਨਾਂ ਵਜ੍ਹਾ ਅੜਿੱਕਾ ਪਾ ਰਹੇ ਨੇ, ਔਰ ਉਹਨਾਂ ਦਾ ਅੜਿੱਕਾ ਪਾਉਣਾ ਬਣਦਾ ਨਹੀਂ। ਚੁਣੀ ਹੋਈ ਸਰਕਾਰ ਆ, ਜੇ ਉਹ ਚਾਹੁੰਦੇ ਆ ਵੀ ਇਹ ਬਿੱਲ ਪਾਸ ਕਰਨੇ ਤਾਂ ਉਹਨਾਂ ਨੂੰ ਬਿੱਲਾਂ ਨੂੰ ਅਪਰੂਵਲ ਦੇਣੀ ਚਾਹੀਦੀ ਹੈ। ਮਿਸਕੀ ਗੁਪਤਾ ਵੀ ਸਾਡੇ ਨਾਲ ਜੁੜ ਗਏ ਨੇ, ਉਹ ਕਹਿ ਰਹੇ ਨੇ ਮੈਂ ਅੰਨਾ ਭਗਤ ਹਾਂ ਜੀ, ਮੈਨੂੰ ਨਾ ਸਮਝਾਇਆ ਕਰੋ। ਖੈਰ ਕੋਈ ਗੱਲ ਨਹੀਂ, ਇਹ ਲੋਕਤੰਤਰ ਦੇ ਵਿੱਚ ਸਾਰਿਆਂ ਦੀ ਥਾਂ ਹੁੰਦੀ, ਜਾਂਦੇ ਭਗਤਾਂ ਦੀ ਵੀ ਤੇ ਦੂਜਿਆਂ ਦੀ ਵੀ। ਜਸਵਿੰਦਰ ਸਿੰਘ ਉਹਨਾਂ ਦਾ ਕਮੈਂਟ ਆਏ ਨੇ, ਕਹਿ ਰਹੇ ਨੇ ਕਿ ਸੈਸ਼ਨ ਗੈਰ ਕਾਨੂੰਨੀ ਨਹੀਂ ਸੀ, ਇਸ ਦਾ ਖੁਲਾਸਾ ਵਿਧਾਨ ਸਭਾ ਦੇ ਸਪੀਕਰ ਨੇ ਚਿੱਠੀ ਦੇ ਜਵਾਬ ਗਵਰਨਰ ਨੂੰ ਦੱਸ ਦਿੱਤਾ ਸੀ, ਪਰ ਗਵਰਨਰ ਲਗਾਤਾਰ ਪੰਜਾਬ ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਸਵਿੰਦਰ ਸਿੰਘ ਦਾ ਵਿਚਾਰ ਆ, ਇਹ ਵੀ ਸਾਡੇ ਪਿਛਲੇ ਕਾਲਰ ਨਾਲ ਸਹਿਮਤ ਨੇ ਕਿ ਇਹਨਾਂ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਇਹਨਾਂ ਬਿੱਲਸ ਨੂੰ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਜੀ ਇਹ ਕਹਿੰਦੇ ਹਨ ਕਿ ਪਹਿਲਾਂ ਹੜ੍ਹਾਂ ਨਾਲ ਨਜਿੱਠ ਲਈਏ ਫਿਰ ਰਾਜਨੀਤੀ ਕਰਾਂਗੇ, ਅਗਲੇ ਦਿਨ ਉਹ ਗਵਰਨਰ ਨੂੰ ਪੱਤਰ ਲਿਖਿਆ ਜਾਂਦਾ ਵਾ। ਸੋ ਉਹਨਾਂ ਦੀ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਹੈ। ਮੀਨਵਾਲ ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਇਸ ਤਰ੍ਹਾਂ ਤਾਂ ਸਰਕਾਰ ਸੈਸ਼ਨ ਬੁਲਾ ਕੇ ਬਿੱਲ ਪਾਸ ਕਰ ਦੇਵੇਗੀ ਕਿ ਅਕਾਲ ਤਖਤ ਦਾ ਜਥੇਦਾਰ ਵੀ ਸਰਕਾਰ ਲਾਵੇਗੀ। ਗਵਰਨਰ ਇਸੇ ਲਈ ਲਾਇਆ ਜਾਂਦਾ ਹੈ ਕਿ ਸਰਕਾਰ ਕੋਈ ਗਲਤ ਕੰਮ ਕਰਦੀ ਹੈ ਤਾਂ ਉਸ ਨੂੰ ਰੋਕਣ ਲਈ ਤਾਂ ਬਿੱਲ ਪਾਸ ਹੋਣ ਲਈ ਗਵਰਨਰ ਕੋਲ ਜਾਂਦਾ ਹੈ। ਮਲੂਕ ਜੋਸ਼ਨ ਕਹਿ ਰਹੇ ਨੇ ਕਿ ਆਲ ਪੰਜਾਬੀਜ਼ ਜਿਹੜੇ ਸਾਰੇ ਪੰਜਾਬੀਆਂ ਨੂੰ ਆਪਸ ਗਵਰਨਮੈਂਟ ਦੀ ਸਰਕਾਰ ਦੇ ਹੱਕ ਦੇ ਵਿੱਚ ਆ ਕੇ ਨਾਰਾ ਲਾਉਣਾ ਚਾਹੀਦਾ ਕਿ ਗਵਰਨਰ ਗੋ ਬੈਕ। ਪਰ ਮਲੂਕ ਜੋਸ਼ਨ ਦੀ ਬਹੁਤ ਲੋਕੀ ਸਹਿਮਤ ਨਹੀਂ ਗਏ, ਤੁਸੀਂ ਸਾਰੇ ਪੰਜਾਬੀਆਂ ਨੂੰ ਕਹਿ ਰਹੇ ਤੇ ਬਹੁਤ ਲੋਕੀ ਸਹਿਮਤ ਨਹੀਂ ਗਏ ਜਿਸ ਤਰ੍ਹਾਂ ਕਾਰਵਾਈ ਹੋ ਰਹੀ ਆ। ਹੁਣੇ ਅਵਤਾਰ ਸਿੰਘ ਢਿੱਲੋਂ ਦਾ ਵੀ ਕਮੈਂਟ, ਮਿਸਕੀ ਗੁਪਤਾ ਦਾ ਵੀ ਕਮੈਂਟ ਤੁਸੀਂ ਦੇਖ ਲਿਆ ਵਾ, ਜਿਹੜਾ ਮੈਂ ਹੁਣੇ ਪੜ੍ਹ ਕੇ ਤੁਹਾਨੂੰ ਸੁਣਾਇਆ ਵਾ। ਖੈਰ ਮੈਂ ਫਿਰ ਦੱਸ ਦੇਵਾਂ ਕਿ ਪੰਜਾਬ ਸਰਕਾਰ ਜਾਂ ਪੰਜਾਬ ਵਿਧਾਨ ਸਭਾ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰ ਸਕਦੀ ਕਿ ਨਹੀਂ ਕਰ ਸਕਦੀ। ਆਲ ਇੰਡੀਆ ਗੁਰਦੁਆਰਾ ਐਕਟ ਜਿਹੜੀ ਆ ਉਹ ਤਾਂ ਨਹੀਂ ਬਣੀ, ਲੇਕਿਨ ਗੁਰਦੁਆਰਾ ਐਕਟ ਜਿਹੜੀ ਆ ਉਹ 1966 ਤੋਂ ਬਾਅਦ ਜਿਹੜੀ ਆ ਉਹਦੇ ਜਿਸ ਤਬਦੀਲੀਆਂ ਆਈਆਂ ਵਾ ਤੇ ਉਹ ਪਾਰਲੀਮੈਂਟ ਨੇ ਕੀਤੀਆਂ ਵਾ। ਇੱਕ ਤਬਦੀਲੀ ਜ਼ਰੂਰ ਹੋਈ ਆ, ਜਿਹੜੀ ਹਰਿਆਣਾ ਸਰਕਾਰ ਨੇ ਉੱਥੇ ਗੁਰਦੁਆਰਾ ਐਕਟ ਸੈਪਰੇਟਲੀ ਬਣਾਈ ਹੈ, ਜਿਹਨੂੰ ਚੈਲੰਜ ਕੀਤਾ ਗਿਆ ਵਾ। ਲੇਕਿਨ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਵਿਧਾਨ ਸਭਾ ਗੁਰਦੁਆਰਾ ਐਕਟ ਦੇ ਵਿੱਚ ਤਬਦੀਲੀ ਕਰ ਸਕਦੀ ਹੈ ਜਾਂ ਇਹ ਪਾਰਲੀਮੈਂਟ ਦਾ ਅਧਿਕਾਰ ਖੇਤਰ ਹੈ। ਪੰਜਾਬ ਦੀ 66 ਦੀ ਵੰਡ ਤੋਂ ਬਾਅਦ, ਉਸ ਤੋਂ ਪਹਿਲਾਂ ਤੇ ਪੰਜਾਬ ਵਿਧਾਨ ਸਭਾ ਹੀ ਇਹਦੇ ਤੇ ਫੈਸਲਾ ਲੈਂਦੀ ਸੀ, ਲੇਕਿਨ ਇਹ ਵੀ ਇੱਕ ਸੈਪਰੇਟ ਮਸਲਾ ਵਾ ਸ਼ਾਇਦ, ਜਿਹਦੇ ਕਰਕੇ ਰਾਜਪਾਲ ਨੇ ਇਹਦੀ ਮਨਜ਼ੂਰੀ ਰੋਕੀ ਹੋਈ ਹੈ। ਲੇਕਿਨ ਕਾਫੀ ਸੱਜਣ ਸਾਡੇ ਇਹਦੀ ਆਲੋਚਨਾ ਕਰ ਰਹੇ ਨੇ, ਉਹ ਕਹਿ ਰਹੇ ਨੇ ਚੁਣੀ ਹੋਈ ਸਰਕਾਰ ਆ, ਰਾਜਪਾਲ ਨੂੰ ਕੋਈ ਹੱਕ ਨਹੀਂ ਉਹਨਾਂ ਦੇ ਉੱਪਰ ਉੱਤੇ ਕਿੰਤੂ ਪ੍ਰੰਤੂ ਕਰਨ ਦਾ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਸਿਸਟਮ ਨਾਲ ਕੰਮ ਕਰਕੇ ਰਾਜੀ ਨਹੀਂ। ਖੈਰ ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ
ਹੈਲੋ ਭਾਈ ਸਾਹਿਬ ਆਉਣੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ ਪ੍ਰੇਮਪੁਰਾ ਜੀ। ਹਾਂਜੀ ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਜਦੋਂ ਦੀ ਸਰਕਾਰ ਬਣੀ ਨਾ ਸਰ ਜੀ ਉਦੋਂ ਤੋਂ ਗਵਰਨਰ ਨਾਲ ਇਹਨਾਂ ਦਾ 36 ਦਾ ਆંકੜਾ ਰਿਹਾ। ਤੇ ਦੂਸਰਾ ਤੇ ਸੈਂਟਰ ਦੀ ਵੀ ਵਿੱਚ ਹੁੰਦੀ ਹੈ ਗੱਲਬਾਤ ਗਵਰਨਰ ਦੇ ਨਾਲ। ਇਹ ਦੋਵਾਂ ਤਰ੍ਹਾਂ ਦੀ ਭੰਡ ਨਹੀਂ ਹੁੰਦੀ ਵੀ ਸੋਭਾ ਦੋਵਾਂ ਦੀ ਨਹੀਂ ਹੁੰਦੀ, ਨਾ ਗਵਰਨਰ ਦੀ ਨਾ ਮੁੱਖ ਮੰਤਰੀ ਦੀ, ਤੇ ਨਾ ਪੰਜਾਬ ਦਾ ਭਲਾ ਹੁੰਦਾ ਹੈ। ਪਰ ਸਾਰੇ ਕਲਰਾਂ ਦਾ ਹਿਸਾਬ ਲਾ ਲਓ ਜਾਂ ਜਦੋਂ ਦੀ ਸਰਕਾਰ ਬਣੀ ਉਦੋਂ ਦਾ ਵੇਖ ਲਓ, ਗਵਰਨਰ ਦਾ ਇਹਦੇ 'ਚ 80% ਕਸੂਰ ਨਿਕਲੇਗਾ। ਮੈਂ ਉਹਨੂੰ ਭਗਵੰਤ ਮਾਨ ਨੂੰ ਬਰੀ ਨਹੀਂ ਕਰ ਰਿਹਾ, ਪਰ ਜ਼ਿਆਦਾ ਧੱਕਾ ਗਵਰਨਰ ਹੀ ਕਰ ਰਿਹਾ ਚੁਣੀ ਹੋਈ ਸਰਕਾਰ ਨੂੰ। ਸਰਵ ਕਰਦੇ ਬਦਨਾਮੀ ਦੋਵਾਂ ਤਰ੍ਹਾਂ ਦੀ ਹੋ ਰਹੀ, ਗਵਰਨਰ ਨੂੰ ਨਹੀਂ ਸ਼ਾਬਾਸ਼ ਮਿਲ ਰਹੀ, ਨਾ ਮੁੱਖ ਮੰਤਰੀ ਨੂੰ ਮਿਲ ਰਹੀ। ਪਬਲਿਕ ਦਾ ਵੀ ਨੁਕਸਾਨ ਹੈ ਤੇ ਨਾ ਇਹਦੇ 'ਚ ਭਲਾ ਹੈ, ਦੋਵਾਂ ਤਰ੍ਹਾਂ 'ਚ ਹੀ। ਪਰ ਇੱਕ ਨੂੰ ਤੇ ਜ਼ਿਆਦਾ ਨੰਬਰ ਮਿਲਣਗੇ ਨਾ ਗੁਨਾਹ ਦੇ। ਸ਼ੋਰ ਜ਼ਿਆਦਾ ਗੁਨਾਹ ਕਰਕੇ ਥੈਂਕ ਯੂ। ਦੋਵਾਂ ਤਰ੍ਹਾਂ ਦੀ ਗਲਤੀ ਆ, ਲੇਕਿਨ ਜ਼ਿਆਦਾ ਗੁਨਾਹਗਾਰ ਰਾਜਪਾਲ ਆ। 80% ਰਾਜਪਾਲ ਦਾ ਨੁਕਸ ਆ, ਕਸੂਰ ਆ। 20% ਮੁੱਖ ਮੰਤਰੀ ਦਾ ਕਸੂਰ ਆ। ਇਹ ਪ੍ਰੇਮਪੁਰਾ ਸਾਹਿਬ ਦਾ ਵਿਚਾਰ ਆ। ਮੀਨਵਾਈਲ ਬਲਵੰਤ ਸਿੰਘ ਬੰਤ ਹੋਣਾ ਦਾ ਤਾਜ਼ਾ ਕਮੈਂਟ ਹੈ। ਉਹ ਕਹਿ ਰਹੇ ਨੇ ਜੇਕਰ ਪਹਿਲਾਂ ਹੀ ਗਵਰਨਰ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਦੀ ਸਲਾਹ ਨਾਲ ਸੈਸ਼ਨ ਬੁਲਾਇਆ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਦੋਵੇਂ ਤਰ੍ਹਾਂ ਹੱਥ ਵਿੱਚ ਕਾਨੂੰਨ ਦੇ ਕਾਗਜ਼ ਫੜ ਕੇ ਆਪਣੇ ਆਪ ਨੂੰ ਸਹੀ ਠਹਿਰਾ ਰਹੀਆਂ ਹਨ। ਸਿਰਫ ਹੰਕਾਰ ਬੋਲਦੇ ਦੋਵੇਂ ਪਾਸੇ। ਵੈਸੇ ਭਗਵੰਤ ਮਾਨ ਸਾਹਿਬ ਨੇ ਬੇਲੋੜੀ ਹੀ ਲੱਤ ਅੜਾਈ ਹੈ ਇਸ ਮਾਮਲੇ ਵਿੱਚ। ਇਹ ਬਲਵੰਤ ਸਿੰਘ ਬੰਤ ਦਾ ਵਿਚਾਰ ਆ। ਉਹਨਾਂ ਦਾ ਖਿਆਲ ਆ ਕਿ ਇਹ ਧਾਰਮਿਕ ਮਸਲਾ ਵਾ, ਇਹਦੇ 'ਚ ਉਹਨਾਂ ਨੂੰ ਦਖਲ ਨਹੀਂ ਸੀ ਦੇਣਾ ਚਾਹੀਦਾ। ਪਰ ਬਲਵੰਤ ਸਿੰਘ ਬੰਤ ਜੀ, ਗੁਰਬਾਣੀ ਦੇ ਉੱਪਰ 20-22 ਸਾਲਾਂ ਤੋਂ ਇਹ ਵਿਵਾਦ ਚੱਲ ਰਿਹਾ ਵਾ। ਮੰਗ ਉੱਠ ਰਹੀ ਆ ਵੀ ਇਹ ਇੱਕ ਚੈਨਲ ਦੀ ਥਾਂ 'ਤੇ ਸਾਰੇ ਚੈਨਲ 'ਤੇ ਗੁਰਬਾਣੀ ਪ੍ਰਸਾਰਿਤ ਕੀਤੀ ਜਾਵੇ, ਲੇਕਿਨ ਉਹਦੇ 'ਤੇ SGPC ਮੰਨ ਹੀ ਨਹੀਂ ਸੀ ਰਹੀ। ਹੁਣ ਪ੍ਰੈਸ਼ਰ ਪਿਆ ਵਾ, ਸਰਕਾਰ ਨੇ ਵੀ ਇਹਦੇ 'ਤੇ ਪ੍ਰੈਸ਼ਰ ਬਣਾਇਆ ਵਾ, ਪਿਛਲੇ ਜਥੇਦਾਰ ਨੇ ਵੀ ਇਹਦੇ ਬਾਰੇ ਗੱਲ ਕੀਤੀ ਸੀ, ਔਰ ਹੁਣ SGPC ਕਹਿ ਰਹੀ ਹੈ ਕਿ ਅਸੀਂ YouTube ਚੈਨਲ ਚਲਾਵਾਂਗੇ। ਠੀਕ ਹੈ, ਅਧਿਕਾਰ ਖੇਤਰ ਹੋਵੇ ਪੰਜਾਬ ਸਰਕਾਰ ਦਾ, ਨਹੀਂ ਉਹਨਾਂ ਨੂੰ ਇਹ 'ਚ ਲੱਤ ਨਹੀਂ ਸੀ ਡਾਉਣੀ ਚਾਹੀਦੀ। ਪਰ ਫਿਰ SGPC ਨੂੰ ਵੀ ਤਾਂ ਲੋਕਾਂ ਦੀ ਭਾਵਨਾਵਾਂ ਦੇ ਤਹਿਤ ਕੰਮ ਕਰਨਾ ਚਾਹੀਦਾ ਵਾ। 23 ਸਾਲ ਜਾਂ 21 ਸਾਲ ਕਿਵੇਂ ਤੁਸੀਂ ਆ ਗੈਰ ਕਾਨੂੰਨੀ ਇੱਕ ਚੈਨਲ ਨੂੰ ਤੁਸੀਂ ਪਰਮਿਸ਼ਨ ਦੇ ਦਿੱਤੀ, ਬਿਨਾਂ ਟੈਂਡਰ ਕਾਲ ਕੀਤੇ, ਬਿਨਾਂ ਬਾਕੀਆਂ ਨੂੰ ਪੁੱਛੇ, ਬਿਨਾਂ ਸਲਾਹ ਮਸ਼ਵਰਾ ਕੀਤੇ ਗੁਰਬਾਣੀ ਪ੍ਰਸਾਰਿਤ ਕਰਨ ਦਾ। ਔਰ ਜੇ ਸਹੀ ਸੀ ਤਾਂ ਹੁਣ ਬਦਲ ਕਿਉਂ ਰਹੇ ਜੀ? ਸੋ ਓਬਵੀਅਸਲੀ ਇਹ ਸਹੀ ਨਹੀਂ ਸੀ। ਔਰ ਇਹ ਮੈਂ ਦੱਸਿਆ ਵਾ ਵੀ ਇਹ ਮਸਲਾ ਅਸੀਂ 2011-12 ਦੇ ਵਿੱਚ ਜਦੋਂ ਮੈਂ ਡੇ ਐਂਡ ਨਾਈਟ ਚਲਾਉਂਦੇ ਸੀ, ਅਸੀਂ ਉਦੋਂ ਇਹ ਚੁੱਕਿਆ ਸੀ, ਬਹੁਤ ਡਿਟੇਲ ਦੇ ਵਿੱਚ ਅਸੀਂ ਰਿਪੋਰਟ ਵੀ ਕੀਤੀ ਸੀ। ਆਸ ਸੀ ਕਿ 2012 'ਚ ਨਵਾਂ ਸਿਸਟਮ ਬਣਾਇਆ ਜਾਊਗਾ, ਨਹੀਂ ਬਣਾਇਆ ਗਿਆ। ਫਿਰ 10 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ, 11 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ। ਸੋ SGPC ਵੀ ਸ਼ਰੇਆਮ ਧੱਕਾ ਕਰਦੀ ਰਹੀ ਹੈ। ਜਸਵਿੰਦਰ ਸਿੰਘ ਕਹਿ ਰਹੇ ਨੇ ਕੇਂਦਰ ਵਾਲੇ ਜੋ ਮਰਜ਼ੀ ਕਰੀ ਜਾਣ, ਉਹਨਾਂ ਦੇ ਪਾਸ ਕੀਤੇ ਬਿੱਲ ਰਾਸ਼ਟਰਪਤੀ ਚੁੱਪ ਕਰਕੇ ਸਾਈਨ ਕਰ ਦਿੰਦੇ ਹਨ। ਕੀ ਤੁਹਾਡੀ ਜਾਣਕਾਰੀ ਹੈ ਕਿ ਕਦੇ ਰਾਸ਼ਟਰਪਤੀ ਨੇ ਕੇਂਦਰ ਦੀ ਸਰਕਾਰ ਦੇ ਕੰਮ 'ਚ ਡਿੱਕਾ ਪਾਇਆ ਹੋਵੇ? ਇਸ ਸਰਕਾਰ ਦੇ ਕੰਮ ਦੇ ਵਿੱਚ ਤੇ ਮੇਰਾ ਖਿਆਲ, ਮੈਨੂੰ ਜਾਣਕਾਰੀ ਨਹੀਂ ਕਿ ਡਿੱਕਾ ਪਾਇਆ ਹੋਵੇ, ਲੇਕਿਨ ਪਹਿਲੇ ਰਾਸ਼ਟਰਪਤੀ, ਬਹੁਤ ਸਾਰੇ ਰਾਸ਼ਟਰਪਤੀਆਂ ਨੇ ਕੇਂਦਰ ਵੱਲੋਂ ਜਿਹੜੇ ਪਾਸ ਕੀਤੇ ਗਏ ਬਿੱਲ ਸੀ, ਹੁਣ ਮੇਰੇ ਕੋਲ ਲਿਸਟ ਤੇ ਨਹੀਂ, ਉਹਨਾਂ ਦੇ ਉੱਪਰ ਇਤਰਾਜ਼ ਕੀਤਾ, ਉਹਨਾਂ ਨੂੰ ਵਾਪਸ ਭੇਜਿਆ, ਉਹਨਾਂ ਨੂੰ ਹੋਲਡ ਕੀਤਾ। ਸੋ ਇਹੋ ਜਿਹੇ ਬਹੁਤ ਸਾਰੇ ਉਦਾਹਰਣ ਨੇ, ਮੇਰੇ ਖਿਆਲ ਦਰਜਨਾਂ ਉਦਾਹਰਣ ਨੇ ਜਸਵਿੰਦਰ ਸਿੰਘ ਜੀ, ਜਿੱਥੇ ਰਾਸ਼ਟਰਪਤੀ ਨੇ ਪਾਰਲੀਮੈਂਟ ਵੱਲੋਂ ਬਿੱਲ ਜਿਹੜੇ ਪਾਸ ਹੋਏ ਆ ਉਹਨਾਂ ਨੂੰ ਹੋਲਡ ਕੀਤਾ, ਉਹਨਾਂ 'ਤੇ ਸਵਾਲ ਪੁੱਛੇ। ਮਿਸਕੀ ਗੁਪਤਾ ਮੀਨਵਾਈਲ ਮਿਸਕੀ ਗੁਪਤਾ ਕਹਿ ਰਹੇ ਨੇ ਕਿ ਰਾਜਸਥਾਨ ਵਿੱਚ ਰਾਜਪਾਲ ਅਤੇ ਸਰਕਾਰ ਵਿਚਾਲੇ ਕੋਈ ਵਿਵਾਦ ਹੈ ਜੀ? ਰਾਜਸਥਾਨ ਦੇ ਵਿੱਚ ਵੀ ਵਿਵਾਦ ਕਦੀ ਕਦੀ ਹੋ ਜਾਂਦਾ, ਪਰ ਇਸ ਵੇਲੇ ਇਹੋ ਜਿਹਾ ਵਿਵਾਦ ਤਾਂ ਨਹੀਂ ਹੋਇਆ ਜਿਹੋ ਜਿਹਾ ਵਿਵਾਦ ਪੰਜਾਬ ਜਾਂ ਵੈਸਟ ਬੰਗਾਲ ਜਾਂ ਤਾਮਿਲਨਾਡੂ ਜਾਂ ਕੇਰਲਾ 'ਚ, ਇਹ 3-4 ਸਟੇਟਾਂ ਦੇ ਵਿੱਚ ਵਿਵਾਦ ਜ਼ਿਆਦਾ ਰਾਜਪਾਲ ਔਰ ਮੁੱਖ ਮੰਤਰੀ ਦੇ ਦਰਮਿਆਨ ਹੋਏ ਨੇ। ਮਿਸਕੀ ਗੁਪਤਾ ਜੀ, ਵਿਲ ਟੇਕ ਦੀ ਨੈਕਸਟ ਕਾਲ। ਦੇਖਦੇ ਹਾਂ ਅਗਲੇ ਕਾਲਰ ਅੱਜ ਵਾਲੇ ਬੜੇ ਇੰਟਰਸਟਿੰਗ ਮਸਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਰਬੰਸ ਸਿੰਘ ਜੀ। ਹਰਬੰਸ ਸਿੰਘ ਜੀ, ਹਾਂਜੀ, ਪਹਿਲਾਂ ਤਾਂ ਮੈਂ ਮਲਹੋਤਰਾ ਜੀ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਕੱਲ ਵੀ ਉਹਨਾਂ ਨੇ ਕਿਹਾ ਪ੍ਰਾਈਮ ਮਿਨਿਸਟਰ ਦੀ ਆਲ ਓਵਰ ਦਾ ਵਰਲਡ ਧਾਕ ਜਮਾਈ ਪਈ ਆ, ਤੇ ਅੱਜ ਵੀ ਉਹਨਾਂ ਨੇ ਕਿਹਾ। ਮੈਂ ਬੇਨਤੀ ਕਰੂੰਗਾ ਕਿ ਮਲਹੋਤਰਾ ਜੀ ਦੀ ਜੇ ਸਿਫਾਰਿਸ਼ ਚੱਲਦੀ ਹੈ
ਤਾਂ ਚੀਨ ਕੋਲੋਂ ਜਿਹੜਾ ਇੰਡੀਆ ਦਾ ਪਾਰਟ ਦੱਬਿਆ ਹੋਇਆ ਹੈ ਉਹਨੂੰ ਖਾਲੀ ਕਰਾ ਦੇਣ। ਤੇ ਦੂਸਰੀ ਗੱਲ ਵੀ ਜਿਹੜਾ ਦੂਸਰਾ ਗੱਲ ਹੈ ਜਿਹੜਾ ਭਗਵੰਤ ਸਿੰਘ ਆ, ਭਗਵੰਤ ਮਾਨ ਆ, ਇਹਨੇ ਆਪਣਾ ਲੈਟਰ ਲਿਖ ਕੇ 2 MLA ਕੋਲ ਭੇਜ ਕੇ ਸ਼੍ਰੋਮਣੀ ਕਮੇਟੀ ਕੋਲੋਂ ਮਾਫੀ ਮੰਗ ਲਈ ਆ ਵੀ ਉਹ ਇਹਦੇ ਵਿੱਚ ਦਖਲ ਨਹੀਂ ਦੇਵੇਗਾ। ਤੇ ਤੀਸਰੀ ਗੱਲ ਇਹ ਆ ਵੀ ਇਹ ਭਗਵੰਤ ਮਾਨ ਸ਼ਾਇਦ ਜਿਹੜਾ ਸੁਪਰੀਮ ਕੋਰਟ ਗਏ ਆ ਵੀ ਇਹਨਾਂ ਦੇ ਫੰਡ ਰੋਕੇ ਹੋਏ ਆ, ਉਹਦੇ ਬਾਰੇ ਵੀ ਇਹ ਹਾਰ ਖਾਊਗਾ ਕਿਉਂਕਿ ਇਹ ਆਪਣੇ ਫਰਜ਼ ਨਹੀਂ ਸਮਝ ਰਿਹਾ। ਉਹਨਾਂ ਬਾਰੇ ਸੈਂਟਰ ਨੂੰ ਜਾਣਕਾਰੀ ਦੇਣੀ ਇਹਦਾ ਵੀ ਫਰਜ਼ ਬਣਦਾ। ਇਸ ਕਰਕੇ ਫਿਰ ਦੋਵੇਂ ਤਰ੍ਹਾਂ ਗਲਤ ਅੜੀ ਤੇ ਅੜੀਆਂ ਹੋਈਆਂ ਹਨ। ਮਿਹਰਬਾਨੀ, ਥੈਂਕ ਯੂ ਹਰਬੰਸ ਜੀ। ਦੋਵੇਂ ਤਰ੍ਹਾਂ ਗਲਤ ਅੜੀ ਤੇ ਅੜੀਆਂ ਹੋਈਆਂ, ਇਹ ਵਿਚਾਰ ਉਹਨਾਂ ਦਾ, ਇਹ ਸਮਰੀ ਹੈ ਉਹਨਾਂ ਦੀ ਸਾਰੀ ਗੱਲਬਾਤ ਦੀ। ਮੀਨਵਾਈਲ ਅੰਮ੍ਰਿਤਪਾਲ ਸਿੰਘ ਔਲਖ ਦਾ ਬੜਾ ਡਿਟੇਲਡ ਕਮੈਂਟ ਆਇਆ ਵਾ, ਤੁਹਾਡੀ ਸਕਰੀਨ ਦੇ ਉੱਪਰ ਆ। ਉਹ ਕਹਿ ਰਹੇ ਨੇ ਲੋਕਾਂ ਨੇ ਵੋਟਾਂ ਪਾ ਕੇ 92 ਸੀਟਾਂ ਜਿਤਾ ਕੇ ਸਰਕਾਰ ਤਾਂ ਬਣਾ ਦਿੱਤੀ ਹੈ, ਹੁਣ ਲੋਕਾਂ ਨੇ ਕੀ ਕਰਨਾ ਹੈ? ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਪਬਲਿਕ ਹਿੱਤਾਂ ਲਈ ਕਾਨੂੰਨ ਬਣਾਏ ਤੇ ਕੰਮ ਕਰੇ, ਨਾ ਕਿ ਸਿਆਸੀ ਹਿੱਤਾਂ ਤੇ ਕਿੜਬਾਜੀ ਕੱਢਣ ਲਈ ਹੀ ਕੰਮ ਕਰੇ। ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਟਕਰਾਵ ਦੀ ਰਾਜਨੀਤੀ ਛੱਡ ਕੇ ਪਬਲਿਕ ਹਿੱਤਾਂ ਲਈ ਕੰਮ ਕਰੇ। ਅੰਮ੍ਰਿਤਪਾਲ ਸਿੰਘ ਔਲਖ ਦਾ ਇਹ ਵਿਚਾਰ ਹੈ ਜਿਹੜੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ। ਬਲਵੰਤ ਸਿੰਘ ਬੰਦ ਕਹਿ ਰਹੇ ਨੇ ਕਿ ਉਸ ਦੀ ਸਜ਼ਾ ਜੋ ਹੋਇਆ, ਜੋ SGPC ਨੇ ਕੀਤਾ, SGPC ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ, ਉਸ ਦੀ ਸਜ਼ਾ ਅਕਾਲੀ ਦਲ ਨੂੰ ਲੋਕ ਦੇ ਚੁੱਕੇ ਹਨ। ਬਿਲਕੁਲ ਸਹੀ ਕਿਹਾ ਬਲਵੰਤ ਸਿੰਘ ਜੀ। ਸਭ ਤੋਂ ਅਖੀਰ ਫਾਈਨਲ ਅਦਾਲਤ ਜਿਹੜੀ ਹੁੰਦੀ ਹੈ ਉਹ ਰੱਬ ਦੀ ਅਦਾਲਤ ਹੈ, ਉਸ ਤੋਂ ਨੀਚੇ ਜੇ ਕੋਈ ਅਦਾਲਤ ਹੈ ਤੇ ਉਹ ਲੋਕਾਂ ਦੀ ਅਦਾਲਤ ਹੈ। ਲਖਵੀਰ ਸਿੰਘ ਕਹਿ ਰਹੇ ਨੇ ਕਿ ਜਿਹੜੇ ਬਿੱਲ ਰਾਜਪਾਲ ਦੀ ਕੁਰਸੀ ਦੇ ਵਿਰੋਧ 'ਚ ਉਸ 'ਤੇ ਰਾਜਪਾਲ ਕਿਵੇਂ ਦਸਤਖਤ ਕਰੇਗਾ? ਲਖਵੀਰ ਸਿੰਘ ਜੀ, ਜੇ ਕਾਨੂੰਨੀ ਤੌਰ 'ਤੇ ਇਹ ਬਿੱਲ ਪਾਸ ਕੀਤੇ ਜਾਣ, ਜੇ ਸਾਰੀਆਂ ਪ੍ਰੋਸੈਸ ਨੂੰ ਫੋਲੋ ਕਰਕੇ ਕੀਤੇ ਜਾਣ, ਤੇ ਜੇ ਗਵਰਨਰ ਦੇ ਖਿਲਾਫ ਵੀ ਬਿੱਲ ਹੋਊਗਾ ਤਾਂ ਸ਼ਾਇਦ ਉਹਨੂੰ ਪਾਸ ਕਰਨਾ ਪਊਗਾ, ਦਸਤਖਤ ਕਰਨੇ ਪੈਣਗੇ ਜਾਂ ਕਰਨੇ ਚਾਹੀਦੇ ਆ। ਲੇਕਿਨ ਇਹਦੇ ਤੇ ਵਿੱਚ ਕਈ ਕਾਨੂੰਨੀ ਅੜਚਨਾਂ ਨਜ਼ਰ ਆ ਰਹੀਆਂ ਵਾ। ਇਹ ਜਿਹੜੇ 4 ਬਿੱਲ ਪਾਸ ਹੋਏ ਆ, ਐਟਲੀਸਟ 3 ਬਿੱਲ ਮੈਨੂੰ ਯਾਦ ਹੈ, 3 ਬਿੱਲਾਂ ਦੇ ਵਿੱਚ ਕਾਨੂੰਨੀ ਅੜਚਨਾਂ ਨੇ। ਔਰ ਇੱਕ ਬਿੱਲ ਇਹ ਵੀ ਆ ਕਿ ਰਾਜਪਾਲ ਜਿਹੜਾ DGP ਦੀ ਨਿਯੁਕਤੀ ਆ, ਸਿਸਟਮ ਬਣਿਆ ਵਾ ਜਦੋਂ ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਆਫ ਇੰਡੀਆ ਜਿਹੜਾ ਪੁਲਿਸ ਰਿਫਾਰਮਸ ਦਾ ਮਸਲਾ ਸੀ, ਉਸ ਤੋਂ ਬਾਅਦ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨ ਸੀ ਕਿ ਆਹ ਪ੍ਰੋਸੈਸ ਫੋਲੋ ਕੀਤਾ ਜਾਵੇ। ਉਸ ਤੋਂ ਬਾਅਦ ਨਾ ਜਿਹੜੇ ਨੇ ਉਹ UPSC ਕੋਲ ਜਾਂਦੇ ਨੇ ਕਿ ਆਹ 3 ਜਾਂ 4 ਬੰਦੇ ਨੇ ਜਿਹੜੇ ਇਸ ਵੇਲੇ ਜਿਹੜੀਆਂ ਕੰਡੀਸ਼ਨਸ ਨੇ ਫੁਲਫਿਲ ਕਰਦੇ ਨੇ, ਤੇ UPSC ਕਹਿੰਦੀ ਜੀ ਹਾਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਲਾ ਦਿੱਤਾ ਜਾਵੇ। ਉਹ 3 ਨਾਂ ਵਾਪਸ ਭੇਜ ਦਿੰਦੇ ਨੇ ਵੀ ਇਹਨਾਂ 'ਚੋਂ ਕਿਸੇ ਨੂੰ ਲਾ ਦਿਓ। DGP ਦੀ ਨਿਯੁਕਤੀ ਨਹੀਂ UPSC ਕਰਦਾ, ਉਹ 3 ਨਾਂ ਫਾਈਨਲ ਅਪਰੂਵ ਕਰਦੇ ਵੀ ਇਹਨਾਂ 'ਚੋਂ ਕਿਸੇ ਨੂੰ ਲਾ ਦਿਓ, ਜਿਹੜੇ ਪ੍ਰੋਪਰ ਕੁਆਲੀਫਿਕੇਸ਼ਨਸ ਜਿਹੜੀਆਂ ਹੁੰਦੀਆਂ ਉਸ ਨਿਯੁਕਤੀ ਵਾਸਤੇ। ਲੇਕਿਨ ਪੰਜਾਬ ਨੇ ਹੁਣ ਕਿਹਾ ਵਾ ਕਿ ਇਹ UPSC ਕੋ ਮਸਲਾ ਜਾਣਾ ਨਹੀਂ ਚਾਹੀਦਾ, ਪੰਜਾਬ ਸਰਕਾਰ ਆਪਣੇ ਆਪ ਹੀ ਕਰ ਦੇਵੇ। ਸੋ ਇਹ ਵੀ ਇੱਕ ਕਾਫੀ ਵਿਵਾਦਿਕ ਬਿੱਲ ਹੈ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਸੁਪਰ ਸੈਸ਼ਨਸ ਲਗਾਤਾਰ ਕੀਤੀਆਂ ਜਾ ਰਹੀਆਂ ਵਾ। ਔਰ ਪੰਜਾਬ ਦੇ ਵਿੱਚ ਵੀ ਜਿਹੜੇ DGP ਲਾਏ ਨੇ ਬਹੁਤ ਲਾਇਕ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਉਸ ਲੈਵਲ 'ਤੇ ਬਹੁਤੇ ਅਫਸਰ ਲਾਇਕ ਹੀ ਹੁੰਦੇ ਆ, ਚੰਗਾ ਕੰਮ ਕਰ ਰਹੇ ਨੇ। ਲੇਕਿਨ ਉਹਨਾਂ ਦੀ ਨਿਯੁਕਤੀ ਉੱਪਰ ਕਿੰਤੂ ਪਰੰਤੂ ਹੋ ਰਿਹਾ, ਕਿਉਂਕਿ ਉਹ ਘੱਟੋ ਘੱਟ ਮੇਰੇ ਖਿਆਲ 4-5 ਲੋਕਾਂ ਨੂੰ ਉਹਨਾਂ ਸੁਪਰਸੀਡ ਕਰਕੇ ਉਹਨਾਂ ਨੂੰ ਲਾਇਆ ਗਿਆ ਵਾ। ਮੀਨਵਾਈਲ ਇੱਕ ਹੋਰ ਕਮੈਂਟ ਆਇਆ ਵਾ, ਗੱਲਾਂ ਬਾਤਾਂ ID ਤੋਂ ਕਮੈਂਟ ਆਇਆ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਹਰ ਕੋਈ ਆਪਣਾ ਹੀ ਘੋੜਾ ਭਜਾ ਕੇ ਆਪਣੀ ਚੌਧਰ ਕਾਇਮ ਰੱਖਣ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ, ਭਾਵੇਂ ਉਹ ਰਾਜਪਾਲ ਹੋਵੇ ਜਾਂ ਸਰਕਾਰ ਹੋਵੇ। ਕਾਨੂੰਨ ਨੂੰ, ਸਿਸਟਮ ਨੂੰ ਫੋਲੋ ਕਰਨ ਤੋਂ ਲੋਕ ਗੁਰੇਜ਼ ਕਰ ਰਹੇ ਨੇ। ਇਹ ਬੜੀ ਹੈਰਾਨੀ ਦੀ ਗੱਲ ਹੈ। ਸੰਵਿਧਾਨ ਹੈ ਸਾਡਾ, ਸਿਸਟਮ ਆ, ਵਿਧਾਨ ਸਭਾ ਦੇ ਰੂਲਸ ਰੈਗੂਲੇਸ਼ਨਸ ਬਣੀਆਂ ਹੋਈਆਂ ਵਾ, ਔਰ ਉਹਨਾਂ ਦੇ ਮੁਤਾਬਕ ਅਸੀਂ ਕਿਉਂ ਨਹੀਂ ਚੱਲ ਸਕਦੇ। ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸ਼ੇਰਗਿਲ ਜੀ। ਸੰਧੂ ਸਾਹਿਬ, ਸਾਰਾ ਕਾਨੂੰਨ ਨਾ ਪੰਜਾਬ ਦੇ ਚਿਮੜਿਆ ਹੋਇਆ ਜੀ। ਨਹੀਂ, ਬਾਕੀ ਸਟੇਟਾਂ ਨੂੰ ਵੀ ਚਿਮੜਿਆ ਵਾ। ਜਿੱਥੇ 11 ਭਾਜਪਾ ਸਟੇਟਾਂ ਨੇ ਉੱਥੇ ਵੀ ਇੱਕ ਵੱਖਰਾ ਕਾਨੂੰਨ ਲੱਗਦਾ ਵਾ ਲਾਗੂ ਹੋ ਰਿਹਾ। ਸਰ ਦੇਖੋ, ਸਾਨੂੰ ਚੰਡੀਗੜ੍ਹ 에ਅਰਪੋਰਟ ਦਾ ਨਾਂ ਭਗਤ ਰੱਖਣ ਵਾਸਤੇ ਕਿੰਨੀ ਜੱਦੋਜਹਿਦ ਕਰਨੀ ਪਈ। ਉਹਨਾਂ ਨੇ ਆਂਡੇਮਾਨ ਨਿਕੋਬਾਰ ਸਾਬਰਕਰ ਦਾ ਨਾਂ 1 ਸਕਿੰਟ 'ਚ ਰੱਖਤਾ। ਸਾਨੂੰ ਆਪਣੇ ਬੰਦੀ ਸਿੰਘ ਛਡਾਉਣ ਵਾਸਤੇ ਸਾਲ ਤੋਂ ਧਰਨਿਆਂ ਤੇ ਬੈਠੇ ਨੇ, ਸਜ਼ਾਵਾਂ ਵੀ ਪੂਰੀਆਂ ਹੋ ਗਈਆਂ। ਉਹਨਾਂ ਨੇ 92 ਕੇਸ ਵਾਲੇ
ਔਰ 2002 ਦੰਗੇ ਵਾਲੇ ਆਪਣਾ ਆਪਣੇ 1 ਮਿੰਟ ਛੱਡਤੇ, ਕਿਸੇ ਗਵਰਨਰ ਨੇ ਟਿੱਕਾ ਨਹੀਂ ਡਾਇਆ, ਕਿਸੇ ਰਾਸ਼ਟਰਪਤੀ ਨੇ ਟਿੱਕਾ ਨਹੀਂ ਡਾਇਆ, ਕਿਸੇ ਜੱਜ ਨੇ ਟਿੱਕਾ ਨਹੀਂ ਡਾਇਆ ਜੀ। ਤੇ ਉਹ ਜੋ ਮਰਜ਼ੀ ਕਰਨ, ਉਹਨਾਂ ਦਾ ਸੱਤੇ ਵੀ 100 ਹੈ। ਅਸੀਂ ਸਹੀ ਵੀ ਕਰੀਏ, ਅਸੀਂ ਕੁਰਬਾਨੀਆਂ ਵੀ ਦਈਏ, ਅਸੀਂ ਲੰਗਰ ਵੀ ਲਾਈਏ ਭੁੱਖਿਆਂ ਵਾਸਤੇ, ਅਸੀਂ ਫੇਰ ਦੋਸ਼ੀ ਹੈ, ਅਸੀਂ ਫੇਰ ਖਾਲਿਸਤਾਨੀ ਹੈ, ਅਸੀਂ ਫੇਰ। ਤੁਸੀਂ ਦੱਸੋ ਪੰਜਾਬ 'ਚ ਫਲੱਡ ਆਇਆ, ਕੋਈ ਸਟੇਟ ਕੋਈ ਹੋਰ ਕਮਿਊਨਿਟੀ ਆਈ ਹੈ ਇਹਦੇ ਨਾਲ ਚੰਗੇ? ਮੁਸਲਮਾਨ ਨੇ, ਮੁਸਲਮਾਨ ਫੇਰ ਵੀ ਆ ਗਏ। ਠੀਕ ਹੈ ਜੀ, ਇਹ ਸਾਰਾ ਇੱਕ ਬਹੁਤ ਵਿਤਕਰਾ ਪਾਇਆ ਜਾ ਰਿਹਾ, ਪੰਜਾਬ ਸਟੇਟ ਨੂੰ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਇਹ ਬਹੁਤ ਸੋਚੀ ਸਮਝੀ ਚਾਲ ਹੈ। ਜਿਹੜੀ ਡਰੱਗਸ ਹੈ ਇਹ ਸਲੋ ਜ਼ਹਿਰ ਸਾਡੇ ਜਵਾਨਾਂ ਨੂੰ ਦਿੱਤਾ ਜਾ ਰਿਹਾ, ਇਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਇਹਨੂੰ ਵਧਾਇਆ ਜਾ ਰਿਹਾ। ਵਧਾਇਆ ਵੀ ਇੰਡੀਆ ਦੇ ਜਿਹੜੇ ਅਡਾਨੀ 에ਅਰਪੋਰਟ ਹੈ, ਅਸਲਾ ਮੱਧ ਪ੍ਰਦੇਸ਼ ਤੋਂ ਆ ਰਿਹਾ, ਇਹ ਨਾ ਪਾਕਿਸਤਾਨ ਦਾ ਲਾਇਆ ਜਾ ਰਿਹਾ, ਪਾਕਿਸਤਾਨ ਦਾ ਤੇ ਖਾਲਿਸਤਾਨ ਦਾ ਨਾਮ ਜਪ ਕੇ ਵੋਟ ਇਕੱਠੇ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਨਾ ਕਿਸੇ ਹਿੰਦੂ ਦਾ ਸਿਮਰਿਆ, ਨਾ ਕਿਸੇ ਸਿੱਖ ਦਾ ਸਿਮਰਿਆ, ਨਾ ਕਿਸੇ ਮੁਸਲਮਾਨ ਦਾ ਸਿਮਰਿਆ। ਅਡਾਨੀ ਤੇ ਅਬਾਦੀ ਜਿੰਦਾਬਾਦ ਨੇ, ਉਹ ਅਮੀਰ ਹੋ ਰਹੇ ਨੇ, ਜਨਤਾ ਗਰੀਬ ਹੋ ਰਹੀ। ਥੈਂਕ ਯੂ ਸਰ। ਸ਼ੇਰਗਿੱਲ ਸਾਹਿਬ ਨੇ ਦੱਸਿਆ ਵੀ ਕਿਸ ਤਰ੍ਹਾਂ ਸਿਸਟਮੈਟਿਕਲੀ ਉਹਨੇ ਦੱਸਿਆ ਵੀ ਕਿਵੇਂ ਵਿਤਕਰਾ ਹੋ ਰਿਹਾ ਵਾ ਪੰਜਾਬ ਦੇ ਨਾਲ, ਔਰ ਕਈ ਉਦਾਹਰਣ ਉਹਨਾਂ ਨੇ ਦਿੱਤੇ। ਹੁਣ ਪਤਾ ਨਹੀਂ ਤੁਹਾਨੂੰ ਕਿੰਨਾ ਗੱਲਾਂ ਨਾਲ ਸਹਿਮਤ ਹੋ, ਲੇਕਿਨ ਮੈਂ ਇਹ ਜ਼ਰੂਰ ਦੱਸ ਦੇਵਾਂ ਕਿ ਸੁਪਰੀਮ ਕੋਰਟ, ਉਹਨਾਂ ਕਿਹਾ ਵੀ ਕੋਈ ਕੋਰਟ ਨਹੀਂ ਦਖਲ ਦੇ ਰਿਹਾ। ਸੁਪਰੀਮ ਕੋਰਟ ਨੇ ਕਈ ਮਸਲਿਆਂ ਦੇ ਵਿੱਚ ਇਹਦੇ 'ਚੋਂ ਦਖਲ ਦਿੱਤਾ ਵਾ, ਔਰ ਉਹਨਾਂ ਨੇ ਇਹਨਾਂ ਕਾਨੂੰਨ ਜਿਹੜੇ ਬਣ ਰਹੇ ਨੇ ਜਾਂ ਜੋ ਫੈਸਲੇ ਲਏ ਗਏ ਨੇ ਇਹਨਾਂ ਨੂੰ ਗੈਰ ਸੰਵਿਧਾਨਿਕ ਵੀ ਦੱਸਿਆ ਵਾ। ਤੁਸੀਂ ਵੇਖਿਆ ਹੀ ਆ ਕਿ ਬਿਲਕਿਸ ਬਾਨੋ ਜਾਂ ਹੋਰ ਕੇਸਿਸ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਦਾ ਨੋਟਿਸ ਲਿਆ ਵਾ, ਜਿਨ੍ਹਾਂ ਦੇ ਜਿਹੜੇ ਦੋਸ਼ੀ ਸਨ, ਜਿਨ੍ਹਾਂ ਨੂੰ ਛੱਡਤਾ ਗਿਆ ਸੀ, ਉਹਨਾਂ ਬਾਰੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਵਾ। ਉੱਥੇ ਉਹ ਪਟੀਸ਼ਨ ਸੁਣਵਾਈ ਹੇਠ ਹੈ ਇਸ ਵੇਲੇ। ਅਵਤਾਰ ਸਿੰਘ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ 'ਤੇ ਜੁੜ ਗਏ ਨੇ। ਉਹ ਕਹਿ ਰਹੇ ਨੇ ਜੇ ਕਿਤੇ ਕੇਜਰੀਵਾਲ ਦੀ ਸਰਕਾਰ ਸੈਂਟਰ ਵਿੱਚ ਬਣ ਗਈ, ਇਹ ਤਾਂ ਸੰਵਿਧਾਨ ਹੀ ਨਵਾਂ ਲਿਖਣਗੇ ਜਿੰਨੀਆਂ ਇਹਨਾਂ ਦੀਆਂ ਮੰਗਾਂ ਨੇ। ਲਖਵੀਰ ਸਿੰਘ ਕਹਿ ਰਹੇ ਨੇ ਕੀ ਲੋੜ ਸੀ ਸਪੈਸ਼ਲ ਇਜਲਾਸ ਸੱਦ ਕੇ ਇਹਨਾਂ ਖਰਚਾ ਕਰਨ ਦੀ, ਇਹ ਤੇ ਰੰਜਿਸ਼ ਕਰਕੇ ਆਮ ਇਜਲਾਸ 'ਚ ਵੀ ਹੋ ਸਕਦਾ ਸੀ। ਲਖਵੀਰ ਸਿੰਘ ਦਾ ਇਹ ਵਿਚਾਰ ਹੈ। ਇੱਕ ਨਾਰਮਲ ਸੈਸ਼ਨ 'ਚ ਵੀ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਸੀ, ਸਪੈਸ਼ਲ ਸੈਸ਼ਨ ਕਿਉਂ ਸੱਦਿਆ ਗਿਆ। ਵਿਲ ਟੇਕ ਦੀ ਨੈਕਸਟ ਕਾਲ। ਦੇਖਦੇ हैं अगले कॉलर की कहना चाहते। हेलो जी भाई साहब। संधू साहब सत श्री अकाल जी। सत श्री अकाल। मिस्की जी मिस्की जी। संधू साहब मैनू तो इको ही नॉलेज है भी शायद अपने जो कैप्टन अमरिंदर सिंह ने पानी के मामले से स्पैशल सैशन बुलाया सी। नहीं स्पैशल सैशन होर भी सदे गए जी। पर बेलोड़े सैशन ਜਿਹੜਾ ਉਹ ਸੈਸ਼ਨ ਸੀ ਬਹੁਤ ਜ਼ਰੂਰੀ ਸੀਗਾ ਜੀ। ਇਹ ਦੋ, ਇੱਕ ਤਾਂ ਉਹ ਜਿਹੜਾ ਇਹਨਾਂ ਨੇ ਆਪਰੇਸ਼ਨ ਲੋਟਸ ਦੇ ਸੰਬੰਧ ਚ ਸਪੈਸ਼ਲ ਸੈਸ਼ਨ ਬੁਲਾ ਲਿਆ ਜੀ, ਤੇ ਦੂਜਾ ਹੁਣ ਇਹ ਸਪੈਸ਼ਲ ਸੈਸ਼ਨ ਇਹਦੇ ਮਾਮਲੇ ਤੇ ਬੁਲਾ ਲਿਆ ਜੀ। ਇਹ ਸਪੈਸ਼ਲ ਸੈਸ਼ਨ ਬਣਾਉਣ ਦੀ ਲੋੜ ਕੀ ਹੈ ਜੀ? ਜਦੋਂ ਤੁਸੀਂ ਇੰਨਾ ਰੁਪਈਆ ਬਰਬਾਦ ਕਰ ਰਹੇ ਹੋ, ਤੁਸੀਂ ਤਾਂ ਇਹ ਕਹਿ ਕੇ ਆਏ ਸੀ ਵੀ ਅਸੀਂ ਸਿਕਿਉਰਟੀਆਂ ਨਹੀਂ ਲੈਂਦੇ, ਅਸੀਂ ਬੇਲੋੜੇ ਖਰਚ ਨਹੀਂ ਕਰਾਂਗੇ, ਬੇਲੋੜੇ ਉਹ ਨਹੀਂ ਕਰਾਂਗੇ ਜੀ। ਮੈਂ ਅੱਜ ਤੱਕ ਕਿਸੇ ਐਮਐਲਏ ਦੇ ਥੱਪੜ ਵੱਜਦਾ ਨਹੀਂ ਦੇਖਿਆ ਜੀ। ਪਹਿਲੀ ਸਰਕਾਰ ਹੈ 70 ਸਾਲਾਂ 'ਚ ਜਿਹਦੇ ਐਮਐਲਏ ਦੇ ਥੱਪੜ ਵੱਜਦਾ ਦੇਖਿਆ। ਉਹ ਮੇਰੇ ਖਿਆਲ ਹਰਿਆਣੇ ਦਾ ਵਾਕਿਆ ਸੀ, ਪੰਜਾਬ ਦਾ ਵਾਕਿਆ ਤਾਂ ਨਹੀਂ ਸੀ ਮੇਰੇ ਖਿਆਲ। ਪੰਜਾਬ 'ਚ ਹੀ ਹੋ ਗਿਆ ਜੀ, ਪੰਜਾਬ 'ਚ ਹੀ ਹੋ ਗਿਆ, ਮਾਨਸਾ ਡਿਸਟ੍ਰਿਕਟ ਜੀ। ਓਹੋ ਅੱਛਾ। ਮੈਨੂੰ ਨਹੀਂ ਲੱਗਦਾ ਜੀ ਵੀ ਅੱਜ ਤੱਕ ਕਿਸੇ ਮੰਤਰੀ ਨੂੰ, ਮੌਜੂਦਾ ਮੰਤਰੀ ਨੂੰ ਕਿਸੇ ਨੇ ਚਿੱਟਾ ਸਟੇਜ ਤੇ ਫੜਾਇਆ ਹੋਵੇ। ਤੁਹਾਡੀ ਨੌਲੇਜ ਹੈ ਜੀ ਕਿਸੇ ਕੋਈ ਨਸ਼ਾ ਫੜਾਇਆ ਹੋਵੇ? ਥੋੜੇ ਕੁਝ ਮਹੀਨੇ ਪਹਿਲਾਂ ਇਹ ਹੋਇਆ ਸੀ ਇੱਥੇ ਜੀ। ਹਾਂ ਵੀ ਜਿਹੜਾ ਕੁਝ 70 ਸਾਲਾਂ 'ਚ ਨਹੀਂ ਹੋਇਆ ਸੀਗਾ ਜੀ, ਉਹ ਹੁਣ ਹੋ ਰਿਹਾ। ਰਾਜਪਾਲ ਨਾਲ ਸਾਰੀਆਂ ਸਰਕਾਰਾਂ ਰਹੀਆਂ ਨੇ 70 ਸਾਲ ਤੋਂ ਪੰਜਾਬ 'ਚ। ਕਿੰਨੀਆਂ ਕਾਂਗਰਸ ਦੀਆਂ, ਅਕਾਲੀ ਦਲ ਦੀਆਂ ਸਰਕਾਰਾਂ ਆਈਆਂ ਜੀ, ਪਰ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਿਆ। ਇਹ ਅਰਾਜਕਤਾ ਦਾ ਮਾਹੌਲ ਹੈ ਜੀ। ਜਦੋਂ ਕਿਸੇ ਸਟੇਟ 'ਚ ਅਰਾਜਕਤਾ ਆਊਗੀ ਤਾਂ ਉੱਥੇ ਭੁੱਖੇ ਮਰਨ ਦੀ ਨੌਬਤ ਆਊਗੀ। ਤੁਸੀਂ ਇਹ ਲਾ ਲਓ ਵੀ ਦੇਖੋ ਸਰਦੂਲਗੜ੍ਹ 'ਚ ਕਿੰਨਾ ਹੜ੍ਹ ਆਇਆ ਹੋਇਆ ਜੀ, ਉੱਥੇ ਪ੍ਰਸ਼ਾਸਨ ਖਾਲੀ ਬੋਰੀਆਂ ਨਹੀਂ ਦੇ ਰਿਹਾ, ਪਈਆਂ ਨੇ ਉਹਨਾਂ ਕੋਲ, ਉਹ ਨਹੀਂ ਦੇ ਰਿਹਾ। ਬੋਰੀਆਂ ਨਹੀਂ ਹੋਣੀਆਂ ਜੀ, ਏਦਾਂ ਜਾਣ ਕੇ ਕਿਉਂ ਕਰਨਗੇ ਉਹ? ਹੈ ਜੀ, ਜਾਣ ਕੇ ਤੇ ਕਿਉਂ ਕਰਨਗੇ ਉਹ? ਜਾਣ ਕੇ ਕਰ ਰਹੇ ਨੇ ਜੀ, ਕਿਉਂਕਿ ਉਹ ਦੂਜਾ ਏਰੀਆ ਐਮਐਲਏ ਦੇ ਘਰ ਨੂੰ ਜਾਂਦਾ ਜੀ। ਵੀ ਐਮਐਲਏ ਦਾ ਘਰ ਬਚਾਓ, ਦੂਜੇ ਮਰਦ ਨੇ ਮਰਨ।
ਜੀ ਤੁਸੀਂ ਬੇਲੋੜੇ ਵਿਵਾਦ ਤੋਂ ਬਚੋ। ਜਿਹੜੇ ਲੋਕ ਹਿੱਤਾਂ 'ਚ ਹਰੇ ਪੈਨ ਨੇ ਦਸਤਖਤ ਕਰਨੇ ਨੇ ਤਾਂ ਕਰੀ ਨਹੀਂ ਜਾ ਰਹੇ। ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਕੀਤੀ ਨਹੀਂ, ਜੋ ਕਹੀ ਨਹੀਂ ਉਹ ਕਰਦੇ। ਵੀ ਤੁਸੀਂ ਐ ਲਾ ਲਓ ਵੀ ਜਿਹੜੇ ਗੱਲਾਂ ਉਹਨਾਂ ਨੇ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਜਾਂ ਕੇਜਰੀਵਾਲ ਸਾਹਿਬ ਨੇ ਕਹੀਆਂ, ਉਹ ਤਾਂ ਸਾਰੀਆਂ ਉਲਟ ਤਾਂ ਅਸੀਂ ਕਰਤੀਆਂ। ਜੋ ਕਿ ਕਿਹਾ ਵੀ ਅਸੀਂ ਅੱਜ ਆਹ ਕਰਾਂਗੇ ਉਹ ਨਹੀਂ ਕੀਤਾ। ਰਾਜਪਾਲ ਵੀ ਦੇਖੋ, ਮੈਂ ਉਹ ਗੱਲਾਂ ਸਹਿਮਤ ਹਾਂ ਵੀ 60% ਰਾਜਪਾਲ ਦੋਸ਼ੀ ਹੈ, ਪਰ ਇਹ ਭਗਵੰਤ ਮਾਨ ਵੀ 40% ਤਾਂ ਦੋਸ਼ੀ ਹੈਗਾ ਨਾ ਜੀ। ਮਿਹਰਬਾਨੀ। ਬੇਲੋੜੇ ਵਿਵਾਦ ਨਹੀਂ ਸੀ ਖੜੇ ਕਰਨੇ ਚਾਹੀਦੇ। ਦੋਵੇਂ ਦੋਸ਼ੀ ਨੇ, ਕੌਣ ਜ਼ਿਆਦਾ ਕੌਣ ਘੱਟ ਉਹ ਵੱਖਰੀ ਗੱਲ ਹੈ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹੋ ਜਿਹੇ ਅਨਨੈਸੈਸਰੀ ਬੇਲੋੜੇ ਵਿਵਾਦ ਨਾ ਖੜੇ ਕੀਤੇ ਜਾਣ ਔਰ ਲੋਕ ਹਿੱਤ ਕੰਮ ਜਿਹੜੇ ਨੇ ਹੋਣੇ। ਇਸ ਵੇਲੇ ਬਹੁਤ ਵੱਡਾ ਮਸਲਾ ਹੜ੍ਹਾਂ ਦਾ ਬਣਿਆ ਹੋਇਆ ਵਾ, ਜਿਹਨਾਂ ਨਾਲ ਨਜਿੱਠਣ ਦੀ ਲੋੜ ਹੈ। ਮਿਹਰਬਾਨੀ ਮਿਸਕੀ ਗੁਪਤਾ ਜੀ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਲਾਸਟ ਕਾਲ ਸੀ, ਉਹ ਡਰॉप ਹੋ ਗਈ। ਅਖੀਰ 'ਚ ਮੈਂ ਇਹੋ ਹੀ ਕਹੂੰਗਾ ਕਿ ਇਹ ਬਹੁਤ ਸ਼ਾਇਦ ਕਾਲਰ ਦੁਬਾਰਾ ਜੁੜ ਗਏ ਨੇ। ਹਾਂਜੀ ਭਾਈ ਸਾਹਿਬ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਅੱਧਾ ਮਿੰਟ ਆਪਣੇ ਕੋਲ, ਬੜੇ ਲੇਟ ਆਏ ਤੁਸੀਂ ਜੀ। ਹਾਂਜੀ ਰਵੀ ਗਰੇਵਾਲ ਜੀ। ਮੈਂ ਨਾ ਉਦਾਂ ਹੀ ਇੱਕ ਭਾਈ ਸਾਹਿਬ ਦਾ ਕਮੈਂਟ ਸੀ ਵੀ ਤਕੜੇ ਦਾ 27-20-100 ਹੁੰਦਾ ਜੀ। ਗੱਲ ਮੁੱਕਦੀ ਇਹ ਆ ਵੀ ਜਦੋਂ ਇਹ ਤਾਕਤਵਰ ਲੋਕ ਨੇ, ਹੁਣ ਬੀਜੇਪੀ ਵਾਲੇ, ਇਹਨਾਂ ਦੀ ਸਰਕਾਰ ਆ, ਵੇਖੋ ਸਾਡੇ ਮੁੰਡੇ ਇਹਨਾਂ ਨੇ NSA ਲਾ ਕੇ ਬੰਦ ਕਰਤੇ। ਤੇ ਜਦੋਂ ਕਿ ਉਹ ਕਿਸੇ ਧਿਰ ਦਾ ਕੋਈ, ਜਦੋਂ ਸਿਮਰਨਜੀਤ ਮਾਨ ਵਰਗੇ ਹਮੇਸ਼ਾ ਹੀ ਕਹੀ ਜਾਂਦੇ ਆ ਖਾਲਿਸਤਾਨ ਦਿਓ, ਉਹਨਾਂ ਨੂੰ ਕਹਿ ਦਿੰਦੇ ਜੀ ਸੁਪਰੀਮ ਕੋਰਟ ਕਹਿੰਦੀ ਆ ਵੀ ਆਪਦੇ ਵੱਖਰੇ ਰਾਜ ਬਾਰੇ ਗੱਲ ਕਰਨੀ ਕੋਈ ਮਾੜੀ ਗੱਲ ਨਹੀਂ, ਠੀਕ ਹੈ। ਤੇ ਹੋਰ ਸਾਡੇ ਮੁੰਡੇ ਇਹਨਾਂ ਨੇ ਐਵੇਂ ਚੱਕ ਕੇ, ਬੀਜੇਪੀ ਵਾਲਿਆਂ ਨੇ ਚੱਕ ਕੇ ਚਲੋ ਜੀ ਡਿਬਰੂਗੜ੍ਹ ਮਾਰੇ। ਇਹ ਤੇ ਦੋਵਾਂ ਦੀ ਗੱਲ ਇਹ ਵੀ ਦੋਵਾਂ ਦੀ ਸਹਿਮਤੀ ਸੀ ਜੀ। ਤਕੜੇ ਦਾ ਮੇਰੇ ਗੱਲ ਦਾ ਮਤਲਬ ਇਹ ਹੈ ਤਕੜੇ ਦਾ 27-20-100 ਅੱਜ ਉਹਨਾਂ ਦੀ ਚੱਲਦੀ ਹੈ ਜੀ। ਗੱਲ ਮੁੱਕਦੀ ਇਹ ਹੈ। ਰਵੀ ਗਰੇਵਾਲ ਜੀ, ਇਹ ਤੇ ਜਿਹੜੇ NSA ਥੱਲੇ ਜਿਹੜੇ ਡੱਕੇ ਆ, ਇਹ ਤੇ ਦੋਵਾਂ ਦੀ ਸਹਿਮਤੀ ਨਾਲ ਹੋਇਆ ਵਾ। ਪੰਜਾਬ ਸਰਕਾਰ ਵੀ ਉਹਦੀ ਸਹਿਮਤ ਆ। ਬਿਲਕੁਲ ਮੈਂ ਉਹੀ ਕਹਿਣਾ ਵੀ ਜਿਹੜੇ ਤਾਂ ਸਿਮਰਨਜੀਤ ਸਿੰਘ ਮਾਨ ਹੁਣੀ ਉਹ ਕਿੰਨੇ ਚਿਰਾਂ ਦੇ ਕਹੀ ਜਾਂਦੇ ਸਾਨੂੰ ਖਾਲਿਸਤਾਨ ਚਾਹੀਦਾ, ਸਾਨੂੰ ਵੱਖਰਾ ਰਾਜ ਚਾਹੀਦਾ। ਇੰਨੇ ਚਿਰ ਦੇ ਪਿੱਟ ਕੇ ਉਹ ਕਹਿੰਦਾ ਮੈਂ ਸੁਪਰੀਮ ਕੋਰਟ ਚੋਂ, ਮੈਨੂੰ ਸੁਪਰੀਮ ਕੋਰਟ ਦਾ ਹੈਗਾ ਜੱਜਮੈਂਟ ਆ ਕਿ ਅਸੀਂ ਆਪਦੇ ਸਿੱਖ ਰਾਜ ਬਾਰੇ ਗੱਲ ਕਰ ਸਕਦੇ ਹਾਂ, ਤੇ ਉਹਨਾਂ ਦੇ NSA ਕਿਉਂ ਨਹੀਂ ਲਾਉਂਦੇ? ਇਹ ਮਿਲੀ ਭੁਗਤ ਕਰਕੇ ਸਾਰੀ ਇਹ ਦੁਨੀਆ ਬਸ ਦੇਖੋ ਜੀ ਤਕੜੇ ਦਾ 27-20-100 ਆ ਸਰ। ਮਿਹਰਬਾਨੀ। ਜਿਹੜਾ ਤਕੜਾ ਵਾ ਉਹਦਾ ਸਭ ਚੱਲਦਾ, ਉਹਦਾ ਸਿੱਕਾ ਚੱਲਦਾ ਵਾ। ਇਹ ਭਾਈ ਸਾਹਿਬ ਦਾ ਵਿਚਾਰ ਸਹੀ ਗੱਲ ਆ। ਖੈਰ ਜਿਹੜਾ ਵਿਵਾਦ ਆ ਬੜਾ ਅਨਫੋਰਚੂਨੇਟ ਆ, ਔਰ ਇਸ ਵਿਵਾਦ ਮੇਰੇ ਖਿਆਲ ਦੋਵਾਂ ਧਿਰਾਂ ਨੂੰ ਕਾਨੂੰਨ ਮੁਤਾਬਕ, ਸਿਸਟਮ ਮੁਤਾਬਕ ਚੱਲਣਾ ਚਾਹੀਦਾ ਵਾ, ਔਰ ਇਹ ਵਿਵਾਦ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਆ, ਤਾਂ ਕਿ ਜਿਹੜੇ ਲੋਕ ਹਿੱਤ ਦੇ ਕੰਮ ਨੇ ਉਹ ਹੋ ਸਕਣ। ਇਹਨਾਂ ਸ਼ਬਦਾਂ ਦਾ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।